ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਅੱਜ ਅਸਲ ਵਿੱਚ ਇੱਕ ਵੇਰੀਏਬਲ ਦੇ ਡੈਰੀਵੇਟਿਵ ਅਤੇ ਡਿਫਰੈਂਸ਼ੀਏਬਿਲਿਟੀ ਦੇ ਲੈਕਚਰ ਨੰਬਰ 11 ਤੇ ਚਰਚਾ ਕਰ ਰਹੇ ਹਾਂ। ਅਗਲੇ ਲੈਕਚਰ ਵਿੱਚ ਕਈ ਵੇਰੀਏਬਲ ਵਾਲੇ ਕੇਸਾਂ ਤੇ ਚਰਚਾ ਕਰਨ ਤੋਂ ਪਹਿਲਾਂ ਇੱਕ ਵੇਰੀਏਬਲ ਦੀ ਡਿਫਰੈਂਸ਼ੀਏਬਿਲਿਟੀ ਤੇ ਚਰਚਾ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਲਈ ਸਿੰਗਲ ਵੇਰੀਏਬਲ ਦੇ ਫੰਕਸ਼ਨ ਲਈ ਡੈਰੀਵੇਟਿਵ ਕੀ ਹੈ? ਮੰਨ ਲਓ ਕਿ f(x, y) ਬਰਾਬਰ ਹੈ f(x) ਜੋ ਕਿ ਸਿੰਗਲ ਵੇਰੀਏਬਲ ਦਾ ਇੱਕ ਫੰਕਸ਼ਨ ਹੈ ਅਤੇ ਜੇ ਇਹ ਅਨੁਪਾਤ f(x + ਡੈਲਟਾ x f(x) ਹੈ ਤਾਂ ਇਹ ਅੰਤਰ ਜਦੋਂ ਅਸੀਂ x ਵਿੱਚ ਇੱਕ ਇਨਕਰੀਮੈਂਟ ਡੈਲਟਾ x ਕਰਦੇ ਹਾਂ ਅਤੇ f(x) ਤੇ ਵੈਲਿਊ ਨੂੰ ਘਟਾ ਕੇ ਇਸ ਇਨਕਰੀਮੈਂਟ ਨੂੰ x ਨਾਲ ਭਾਗ ਕਰਦੇ ਹਾਂ ਅਤੇ ਜੇਕਰ ਇਸ ਅਨੁਪਾਤ ਦੀ ਲਿਮਿਟ ਵੈਲਿਊ ਜਦੋਂ ਡੈਲਟਾ x goes to 0 ਹੈ, ਇੱਕ ਡੈਫੀਨੇਟ ਲਿਮਿਟ ਵੱਲ ਜਾਂਦੀ ਹੈ, ਫਿਰ ਅਸੀਂ ਇਹ ਕਹਿੰਦੇ ਹਾਂ ਕਿ ਇਹ ਲਿਮਿਟ f(x) ਫੰਕਸ਼ਨ ਦਾ ਪੁਆਇੰਟ x ਤੇ ਡੈਰੀਵੇਟਿਵ ਹੈ। ਇਸ ਲਈ ਇਹ ਉਹ ਪਰਿਭਾਸ਼ਾ ਹੈ ਜਿਸ ਦੀ ਵਰਤੋਂ ਅਸੀਂ ਅਕਸਰ ਡੈਰੀਵੇਟਿਵ ਲਈ ਕਰਦੇ ਹਾਂ ਤਾਂ ਅਸੀਂ ਜੋ ਲਿਮਿਟ ਲੈਂਦੇ ਹਾਂ ਉਹ ਹੈ ਲਿਮਿਟ ਡੈਲਟਾ x goes to 0। ਜੇਕਰ ਇਹ ਲਿਮਿਟ ਐਗਜ਼ਿਸਟ ਕਰਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਵੈਲਿਊ ਫੰਕਸ਼ਨ f(x) ਦਾ ਡੈਰੀਵੇਟਿਵ ਹੈ। ਅਤੇ ਇਸ ਨੂੰ ਆਮ ਤੌਰ ਤੇ ਇਸ f' ਜਾਂ ਫਿਰ ਕਦੇ-ਕਦੇ y' ਜਾਂ dy/dx ਰਾਹੀਂ ਦਰਸਾਇਆ ਜਾਂਦਾ ਹੈ ਜੋ ਕਿ ਡੈਰੀਵੇਟਿਵ ਲਈ ਇੱਕ ਨੋਟੇਸ਼ਨ ਹੈ ਜੋ ਇਸ ਭਾਗਫਲ ਦੀ ਲਿਮਿਟ ਹੈ ਜਦੋਂ ਅਸੀਂ x ਵਿੱਚ ਡੈਲਟਾ x ਦਾ ਇਨਕਰੀਮੈਂਟ ਕਰਦੇ ਹਾਂ ਅਤੇ ਇਸ ਦਾ ਫੰਕਸ਼ਨ ਦੀ x ਤੇ ਵੈਲਿਊ ਦੇ ਨਾਲ ਅੰਤਰ ਲੈਂਦੇ ਹਾਂ ਅਤੇ ਇਸ ਨੂੰ ਇਨਕਰੀਮੈਂਟ ਦੇ ਨਾਲ ਡਿਵਾਈਡ ਕਰਦੇ ਹਾਂ। ਇਸ ਲਈ ਜੇਕਰ ਇਹ ਲਿਮਿਟ ਐਗਜ਼ਿਸਟ ਕਰਦੀ ਹੈ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਫੰਕਸ਼ਨ ਦਾ ਡੈਰੀਵੇਟਿਵ ਹੈ ਅਤੇ ਇਸ ਦੀ ਵੈਲਿਊ ਉਸ ਲਿਮਿਟ ਦੇ ਬਰਾਬਰ ਹੈ ਅਤੇ ਇੱਥੇ ਅਸੀਂ ਡੈਰੀਵੇਟਿਵ ਲਈ ਜਿਹਨਾਂ ਨੋਟੇਸ਼ਨਾਂ ਦਾ ਉਪਯੋਗ ਕਰਦੇ ਹਾਂ ਉਹ ਹਨ f', y' ਜਾਂ dy/dx। ਹੁਣ ਆਮ ਤੌਰ ਤੇ ਡਿਫਰੈਂਸ਼ੀਏਬਿਲਿਟੀ ਅਤੇ ਡਿਫਰੈਂਸ਼ੀਅਲ ਕੀ ਹੈ? ਇਸ ਲਈ ਇਹ ਵਧੇਰੇ ਰਸਮੀ ਪਰਿਭਾਸ਼ਾ ਹੈ ਅਤੇ ਇਸ ਦੇ ਪਿੱਛੇ ਦਾ ਕਾਰਨ ਹੈ ਕਿ ਫਿਰ ਅਸੀਂ ਇਸ ਨੂੰ ਕਈ ਵੇਰੀਏਬਲ ਦੇ ਕੇਸ ਵਿੱਚ ਲਈ ਆਸਾਨੀ ਨਾਲ ਐਕਸਟੈਂਡ ਕਰ ਦਿਆਂਗੇ। ਇੱਕ ਫੰਕਸ਼ਨ f(x) ਨੂੰ ਪੁਆਇੰਟ x ਤੇ ਡਿਫਰੈਂਸ਼ੀਏਬਲ ਕਿਹਾ ਜਾਵੇਗਾ ਜੇਕਰ x ਵਿੱਚ ਆਰਬਿਟਰੇਰੀ ਇਨਕਰੀਮੈਂਟ ਡੈਲਟਾ x ਕੀਤਾ ਜਾਂਦਾ ਹੈ ਅਤੇ ਇਨਕਰੀਮੈਂਟ ਡੈਲਟਾ y ਇਸ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਡੈਲਟਾ y ਬਰਾਬਰ ਹੈ ਕੋਈ ਕੋਨਸਟੈਂਟ a ਇਨਟੂ ਡੈਲਟਾ x ਪਲੱਸ ਐਪਸੀਲੋਨ ਟਾਈਮਸ ਡੈਲਟਾ x, ਜਿੱਥੇ a ਐਪਸੀਲੋਨ goes to 0 ਜਿਵੇਂ ਹੀ ਡੈਲਟਾ x goes to 0 ਹੁੰਦਾ ਹੈ ਅਤੇ ਇੱਥੇ ਇਹ ਸੰਖਿਆ a ਡੈਲਟਾ x ਤੋਂ ਇੰਡੀਪੈਂਡੈਂਟ ਹੈ। ਇਸ ਲਈ ਪੁਆਇੰਟ ਇਹ ਹੈ ਕਿ ਇਸ f(x) ਨੂੰ ਡਿਫਰੈਂਸ਼ੀਏਬਲ ਕਿਹਾ ਜਾਵੇਗਾ ਜੇਕਰ ਅਸੀਂ ਇਨਕਰੀਮੈਂਟ ਡੈਲਟਾ y ਨੂੰ ਲਿਖ ਸਕਦੇ ਹਾਂ ਜਦੋਂ ਅਸੀਂ x ਵਿੱਚ ਇਨਕਰੀਮੈਂਟ ਡੈਲਟਾ x ਕਰਦੇ ਹਾਂ ਤਾਂ y ਵਿੱਚ ਇੱਕ ਇਨਕਰੀਮੈਂਟ ਹੋਵੇਗਾ ਜਿਸ ਨੂੰ ਕਿ ਡੈਲਟਾ y ਦੁਆਰਾ ਡਿਨੋਟ ਕੀਤਾ ਜਾ ਸਕਦਾ ਹੈ। ਜੇਕਰ ਅਸੀਂ ਇਸ ਡੈਲਟਾ y ਨੂੰ a ਟਾਈਮਸ ਡੈਲਟਾ x ਪਲੱਸ ਐਪਸੀਲੋਨ ਡੈਲਟਾ x ਦੇ ਰੂਪ ਵਿੱਚ ਲਿਖ ਸਕਦੇ ਹਾਂ, ਇਹ ਇੱਥੇ ਇੱਕ ਲੀਨੀਅਰ ਟਰਮ ਹੈ ਕਿਉਂਕਿ ਇਹ ਡੈਲਟਾ x ਤੋਂ ਇੰਡੀਪੈਂਡੈਂਟ ਹੈ ਅਤੇ ਨਾਲ ਹੀ ਇਹ ਐਪਸੀਲੋਨ ਟਾਈਮਸ ਡੈਲਟਾ x ਹੈ ਅਤੇ ਇਸ ਐਪਸੀਲੋਨ ਵਿੱਚ ਇਹ ਪ੍ਰਾਪਰਟੀ ਹੈ ਕਿ ਇਹ goes to 0 ਹੈ। ਜਿਵੇਂ ਹੀ x goes to 0 ਹੈ ਉਦੋਂ ਅਸੀਂ ਕਹਿੰਦੇ ਹਾਂ ਕਿ ਇਹ ਫੰਕਸ਼ਨ ਡਿਫਰੈਂਸ਼ੀਏਬਲ ਹੈ ਅਤੇ ਇਹ ਰਾਈਟ ਹੈਂਡ ਸਾਈਡ ਵੱਲ ਪਹਿਲੀ ਟਰਮ ਹੈ ਜੋ ਹੈ a ਟਾਈਮਸ ਡੈਲਟਾ x। ਇਸ ਲਈ ਰਾਈਟ ਹੈਂਡ ਸਾਈਡ ਵੱਲ ਇਹ ਪਹਿਲੀ ਟਰਮ a ਟਾਈਮਸ ਡੈਲਟਾ x ਇਸ ਨੂੰ ਡਿਫਰੈਂਸ਼ੀਅਲ ਜਾਂ y ਦਾ ਟੋਟਲ ਡਿਫਰੈਂਸ਼ੀਅਲ ਕਿਹਾ ਜਾਂਦਾ ਹੈ ਅਤੇ ਆਮ ਤੌਰ ਤੇ ਇਸ ਨੂੰ ਨੋਟੇਸ਼ਨ dy ਨਾਲ ਡਿਨੋਟ ਕੀਤਾ ਜਾਂਦਾ ਹੈ। ਇਸ ਲਈ ਸਾਡੇ ਕੋਲ dy ਹੈ ਜਿਸ ਨੂੰ ਅਸੀਂ ਡਿਫਰੈਂਸ਼ੀਅਲ ਲਈ ਦੂਸਰਾ ਨੋਟੇਸ਼ਨ ਆਖਦੇ ਹਾਂ। ਇਸ ਲਈ dy ਨੂੰ ਡਿਨੋਟ ਕੀਤਾ ਜਾਂਦਾ ਹੈ a ਟਾਈਮਸ ਡੈਲਟਾ x। ਇਹ ਇਸ ਡੈਲਟਾ y ਦੇ ਲਈ ਐਕਸਪ੍ਰੈਸ਼ਨ ਵਿੱਚ ਲੀਨੀਅਰ ਟਰਮ ਹੈ ਅਤੇ ਫਿਰ ਇਹ ਡੈਲਟਾ y ਇਨਕਰੀਮੈਂਟ ਸੀ। ਇਸ ਲਈ ਇਸ ਡੈਲਟਾ y ਨੂੰ ਲਿਖ ਸਕਦੇ ਹਾਂ f ਕਿਉਂਕਿ ਫੰਕਸ਼ਨ y ਬਰਾਬਰ ਹੈ f(x) ਹੁੰਦਾ ਹੈ। ਇਸ ਲਈ ਡੈਲਟਾ y ਬਰਾਬਰ ਹੈ f(x) ਪਲੱਸ ਡੈਲਟਾ x ਹੈ ਜਦੋਂ ਅਸੀਂ x ਵਿੱਚ ਡੈਲਟਾ x ਦਾ ਇਨਕਰੀਮੈਂਟ ਕਰਦੇ ਹਾਂ ਅਤੇ ਅੰਤਰ ਇਸ ਲਈ f(x) ਇਸ ਲਈ ਇਹ ਡੈਲਟਾ y ਹੈ f(x) ਪਲੱਸ ਡੈਲਟਾ x ਮਾਈਨਸ f(x) ਇਸ ਲਈ ਜੇਕਰ ਇਸ ਇਨਕਰੀਮੈਂਟ ਡੈਲਟਾ y ਨੂੰ ਅਸੀਂ ਇਸ ਰੂਪ ਵਿੱਚ ਲਿਖ ਸਕਦੇ ਹਾਂ ਤਾਂ ਇਸ ਲਈ ਇਹ ਲੀਨੀਅਰ ਟਰਮ a ਜੋ ਕਿ ਡੈਲਟਾ x ਤੋਂ ਇੰਡੀਪੈਂਡੈਂਟ ਹੈ ਟਾਈਮਸ ਡੈਲਟਾ x ਅਤੇ ਪਲੱਸ ਐਪਸੀਲੋਨ ਡੈਲਟਾ x ਤਾਂ ਅਸੀਂ ਕਹਿੰਦੇ ਹਾਂ ਕਿ ਫੰਕਸ਼ਨ ਡਿਫਰੈਂਸ਼ੀਏਬਲ ਹੈ।
ਅਤੇ ਇਸ ਐਪਸੀਲੋਨ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਇਹ goes to 0 ਹੋਣਾ ਚਾਹੀਦਾ ਹੈ ਜਿਵੇਂ ਹੀ ਡੈਲਟਾ x goes to 0 ਹੁੰਦਾ ਹੈ ਅਤੇ ਇਹ ਡੈਲਟਾ x ਤੋਂ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ। ਇਸ ਲਈ ਜੇਕਰ ਅਸੀਂ ਅਜਿਹਾ ਕਰ ਸਕਦੇ ਹਾਂ ਤਾਂ ਅਸੀਂ ਫੰਕਸ਼ਨ ਨੂੰ ਡਿਫਰੈਂਸ਼ੀਏਬਲ ਕਹਿੰਦੇ ਹਾਂ। ਅਤੇ ਹੁਣ ਅਗਲੀ ਸਲਾਈਡ ਵਿੱਚ ਅਸੀਂ ਦੇਖਾਂਗੇ ਕਿ ਸਾਡੇ ਕੋਲ ਇੱਥੇ ਜੋ ਡਿਫਰੈਂਸ਼ੀਏਬਿਲਿਟੀ ਦੀ ਪਰਿਭਾਸ਼ਾ ਹੈ ਕਿ ਅਸੀਂ ਡੈਲਟਾ y ਨੂੰ ਇਸੇ ਡੈਲਟਾ x ਪਲੱਸ ਐਪਸੀਲੋਨ ਡੈਲਟਾ x ਦੇ ਰੂਪ ਵਿੱਚ ਲਿਖ ਸਕਦੇ ਹਾਂ ਅਤੇ ਡੈਰੀਵੇਟਿਵ ਦੀ ਪਿਛਲੀ ਪਰਿਭਾਸ਼ਾ ਉਹ ਅਸਲੀਅਤ ਵਿੱਚ ਸਮਾਨ ਹਨ। ਤਾਂ ਚੱਲੋ ਇੱਥੇ ਡਿਫਰੈਂਸ਼ੀਏਬਿਲਿਟੀ ਅਤੇ ਡੈਰੀਵੇਟਿਵ ਰਿਲੇਸ਼ਨ ਕੀ ਹੈ ਜਾਂ ਫਿਰ ਮੂਲ ਰੂਪ ਵਿੱਚ ਇਹ ਇੱਕੋ ਜਿਹੇ ਹਨ ਜੋ ਅਸੀਂ ਹੁਣ ਇੱਥੇ ਦੇਖਾਂਗੇ। ਇਸ ਲਈ ਜ਼ਰੂਰੀ ਅਤੇ ਸਫੀਸ਼ੈਂਟ ਕੰਡੀਸ਼ਨ ਹੈ। ਇਸ ਲਈ ਜ਼ਰੂਰੀ ਅਤੇ ਲੋੜੀਂਦੀ ਕੰਡੀਸ਼ਨ ਕਿ ਫੰਕਸ਼ਨ y ਬਰਾਬਰ ਹੈ f(x) ਪੁਆਇੰਟ x ਤੇ ਡਿਫਰੈਂਸ਼ੀਏਬਲ ਹੈ ਦੇ ਬਰਾਬਰ ਹੈ ਅਤੇ ਇਹ ਇਸ ਪੁਆਇੰਟ ਤੇ ਫਾਈਨਾਈਟ ਡੈਰੀਵੇਟਿਵ ਹੈ ਜਿਵੇਂ ਕਿ ਇੱਥੇ ਲਿਖਿਆ ਗਿਆ ਹੈ ਅਤੇ ਜ਼ਰੂਰੀ ਅਤੇ ਢੁਕਵਾਂ ਹੈ ਜਿਸ ਦਾ ਅਰਥ ਇਹ ਹੈ ਕਿ ਜੇਕਰ ਕੋਈ ਫੰਕਸ਼ਨ ਡਿਫਰੈਂਸ਼ੀਏਬਲ ਹੈ ਤਾਂ ਅਸੀਂ ਡਿਫਰੈਂਸ਼ੀਏਬਿਲਿਟੀ ਦੀ ਪਰਿਭਾਸ਼ਾ ਦੇ ਦਿੱਤੀ ਹੈ। ਜੇਕਰ ਕੋਈ ਫੰਕਸ਼ਨ ਡਿਫਰੈਂਸ਼ੀਏਬਲ ਹੈ ਤਾਂ ਉਸ ਪੁਆਇੰਟ ਤੇ ਉਸ ਦਾ ਡੈਰੀਵੇਟਿਵ ਹੋਵੇਗਾ ਜਾਂ ਫਿਰ ਉਸ ਪੁਆਇੰਟ ਤੇ ਉਸ ਦਾ ਡੈਰੀਵੇਟਿਵ ਹੈ ਅਤੇ ਫੰਕਸ਼ਨ ਉਸ ਪੁਆਇੰਟ ਤੇ ਡਿਫਰੈਂਸ਼ੀਏਬਲ ਹੋਣਾ ਚਾਹੀਦਾ ਹੈ। ਤਾਂ ਕਨਕਲੂਜਨ ਇਹ ਹੈ ਕਿ ਦੋਨੋਂ ਪਰਿਭਾਸ਼ਾਵਾਂ ਜੋ ਕਿ ਅਸੀਂ ਡੈਰੀਵੇਟਿਵ ਅਤੇ ਡਿਫਰੈਂਸ਼ੀਏਬਿਲਿਟੀ ਬਾਰੇ ਦਿੱਤੀਆਂ ਹਨ ਉਹ ਸਿੰਗਲ ਵੇਰੀਏਬਲ ਦੇ ਮਾਮਲੇ ਵਿੱਚ ਮੂਲ ਰੂਪ ਵਿੱਚ ਸਮਾਨ ਹਨ। ਇਸ ਲਈ ਹੁਣ ਅਸੀਂ ਦੇਖਾਂਗੇ ਕਿ ਡਿਫਰੈਂਸ਼ੀਏਬਿਲਿਟੀ ਦਾ ਮਤਲਬ ਕਿਸੇ ਦਿੱਤੇ ਗਏ ਪੁਆਇੰਟ ਤੇ ਡੈਰੀਵੇਟਿਵ ਦੇ ਐਗਜ਼ਿਸਟ ਹੋਣ ਤੋਂ ਹੈ। ਇਸ ਲਈ ਮੰਨ ਲਓ ਕਿ ਫੰਕਸ਼ਨ y ਬਰਾਬਰ ਹੈ f(x) ਡਿਫਰੈਂਸ਼ੀਏਬਲ ਹੈ। ਇਸ ਲਈ ਅਸੀਂ ਇਹ ਮੰਨਦੇ ਹਾਂ ਕਿ ਫੰਕਸ਼ਨ ਡਿਫਰੈਂਸ਼ੀਏਬਲ ਹੈ ਅਤੇ ਪਰਿਭਾਸ਼ਾ ਦੇ ਅਨੁਸਾਰ ਇਸ ਦਾ ਕੀ ਅਰਥ ਹੋਵੇਗਾ ਕਿ ਅਸੀਂ ਇਸ ਨੂੰ ਇਸ ਤਰ੍ਹਾਂ ਵਿਅਕਤ ਕਰ ਸਕਦੇ ਹਾਂ y ਵਿੱਚ ਡੈਲਟਾ y ਦਾ ਇਨਕਰੀਮੈਂਟ ਜਦੋਂ x ਵਿੱਚ ਡੈਲਟਾ x ਦਾ ਇਨਕਰੀਮੈਂਟ ਕੀਤਾ ਜਾਂਦਾ ਹੈ। ਜੇਕਰ ਅਸੀਂ ਇਸ ਡੈਲਟਾ y ਨੂੰ ਇਹ ਡੈਲਟਾ x ਪਲੱਸ ਐਪਸੀਲੋਨ ਡੈਲਟਾ x ਦੇ ਰੂਪ ਵਿੱਚ ਲਿਖ ਸਕਦੇ ਹਾਂ ਤਾਂ ਇਹ ਫੰਕਸ਼ਨ ਡਿਫਰੈਂਸ਼ੀਏਬਲ ਹੈ। ਇਸ ਲਈ ਅਸੀਂ ਮੰਨ ਲਿਆ ਹੈ ਕਿ ਫੰਕਸ਼ਨ ਡਿਫਰੈਂਸ਼ੀਏਬਲ ਹੈ। ਇਸ ਦਾ ਮਤਲਬ ਇਹ ਹੈ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਡੈਲਟਾ y ਇਹ ਡੈਲਟਾ x ਪਲੱਸ ਐਪਸੀਲੋਨ ਡੈਲਟਾ x ਦੇ ਬਰਾਬਰ ਹੈ ਅਤੇ ਹੁਣ ਅਸੀਂ ਲਿਮਿਟ ਲੈ ਸਕਦੇ ਹਾਂ। ਇਸ ਲਈ ਇਸ ਤੋਂ ਪਹਿਲਾਂ ਕਿ ਅਸੀਂ ਲਿਮਿਟ ਲੈਂਦੇ ਹਾਂ ਤਾਂ ਅਸੀਂ ਇਸ ਨੂੰ ਡੈਲਟਾ x ਨਾਲ ਡਿਵਾਈਡ ਕਰਦੇ ਹਾਂ। ਇਸ ਲਈ ਇਹ ਹੋਵੇਗਾ ਡੈਲਟਾ y ਬਟਾ ਡੈਲਟਾ x ਬਰਾਬਰ ਹੈ a ਟਾਈਮਸ ਐਪਸੀਲੋਨ। ਇਸ ਲਈ ਇਹ ਟਾਈਮਸ ਐਪਸੀਲੋਨ ਅਤੇ ਹੁਣ ਅਸੀਂ ਲਿਮਿਟ ਨੂੰ ਇਸ ਤਰ੍ਹਾਂ ਲਵਾਂਗੇ ਡੈਲਟਾ x goes to 0 ਤਾਂ ਇਸ ਲਿਮਿਟ ਨੂੰ ਇੱਥੇ ਲੈ ਕੇ ਇਹ ਹੋਵੇਗਾ ਡੈਲਟਾ y ਬਟਾ ਡੈਲਟਾ x। ਇੱਥੇ ਲਿਮਿਟ a ਦੇ ਬਰਾਬਰ ਹੈ ਅਤੇ ਇੱਥੇ ਕੋਈ ਡੈਲਟਾ x ਨਹੀਂ ਹੈ ਅਤੇ ਡਿਫਰੈਂਸ਼ੀਏਬਿਲਿਟੀ ਦੀ ਪਰਿਭਾਸ਼ਾ ਦੇ ਅਨੁਸਾਰ ਇਹ ਡੈਲਟਾ x ਤੋਂ ਇੰਡੀਪੈਂਡੈਂਟ ਹੈ ਅਤੇ ਪਲੱਸ ਇਹ ਐਪਸੀਲੋਨ ਅਤੇ ਲਿਮਿਟ ਡੈਲਟਾ x goes to 0 ਅਤੇ ਅਸੀਂ ਇਹ ਜਾਣਦੇ ਹਾਂ ਕਿ ਇਸ ਐਪਸੀਲੋਨ ਵਿੱਚ ਇਹ ਪ੍ਰਾਪਰਟੀ ਹੈ ਕਿ ਜਦੋਂ ਡੈਲਟਾ x goes to 0 ਹੁੰਦਾ ਹੈ ਤਾਂ ਇਹ ਵੀ goes to 0 ਹੁੰਦਾ ਹੈ ਅਤੇ ਇਸ ਲਈ ਇਸ ਮਾਮਲੇ ਵਿੱਚ ਹੁਣ ਅਸੀਂ ਪ੍ਰਾਪਤ ਕਰਦੇ ਹਾਂ ਲਿਮਿਟ ਡੈਲਟਾ y ਬਟਾ ਡੈਲਟਾ x। ਇਸ ਲਈ ਇਹ ਡੈਰੀਵੇਟਿਵ ਵਿੱਚ ਕੋਨਸਟੈਂਟ ਹੈ ਜਿਸ ਨੂੰ ਕਿ ਅਸੀਂ f ਵਜੋਂ ਦੇਖਦੇ ਹਾਂ। ਇੱਥੇ ਇਹ ਸ਼ਬਦ ਕੁਝ ਵੀ ਨਹੀਂ ਪਰ ਬਲਕਿ f(x) ਪਲੱਸ ਡੈਲਟਾ x ਅਤੇ ਮਾਈਨਸ f(x) ਹੈ ਅਤੇ ਇਹ ਡੈਲਟਾ x ਨਾਲ ਡਿਵਾਈਡ ਕੀਤਾ ਜਾਂਦਾ ਹੈ। ਤਾਂ ਇੱਥੇ ਇਹ f(x) ਪਲੱਸ ਡੈਲਟਾ x ਮਾਈਨਸ f(x) ਅਤੇ ਇਹ ਡੈਲਟਾ x ਲਿਮਿਟ ਡੈਲਟਾ x goes to 0 ਨਾਲ ਡਿਵਾਈਡ ਕੀਤਾ ਜਾਂਦਾ ਹੈ। ਇਸ ਲਈ ਇਹ ਟਰਮ ਇੱਥੇ ਡੈਰੀਵੇਟਿਵ ਬਣ ਜਾਂਦੀ ਹੈ ਜਿਸ ਬਾਰੇ ਕਿ ਅਸੀਂ ਪਿਛਲੀ ਸਲਾਈਡ ਵਿੱਚ ਚਰਚਾ ਕੀਤੀ ਸੀ। ਇਸ ਦਾ ਅਰਥ ਇਹ ਹੈ ਕਿ ਅਸੀਂ ਇੱਥੇ ਪਹੁੰਚ ਗਏ ਹਾਂ। ਮੈਨੂੰ ਇਸ ਨੂੰ ਮਿਟਾ ਲੈਣ ਦਿਓ। ਇਸ ਲਈ ਅਸੀਂ ਇਸ ਨੂੰ ਇੱਥੇ f'(x) ਬਰਾਬਰ ਹੈ a ਦੇ ਪ੍ਰਾਪਤ ਕਰਦੇ ਹਾਂ ਕਿਉਂਕਿ ਇਹ goes to 0। ਅਸੀਂ ਦੇਖਿਆ ਹੈ ਕਿ ਜੇਕਰ ਕੋਈ ਫੰਕਸ਼ਨ ਡਿਫਰੈਂਸ਼ੀਏਬਲ ਹੈ ਤਾਂ ਡੈਰੀਵੇਟਿਵ f'(x) ਇਹ ਇੱਥੇ ਇੱਕ ਡੈਰੀਵੇਟਿਵ ਹੈ ਜਦੋਂ ਲਿਮਿਟ ਲਈ ਜਾਂਦੀ ਹੈ। ਇਸ ਲਈ ਡੈਰੀਵੇਟਿਵ ਹੋਰ ਕੁਝ ਨਹੀਂ ਬਲਕਿ ਇਹ ਹੈ ਜਿਸ ਨੂੰ ਕਿ ਇੱਥੇ ਲੀਨੀਅਰ ਟਰਮ a ਦੇ ਰੂਪ ਵਿੱਚ ਲਿਖਿਆ ਗਿਆ ਹੈ ਜੋ ਕਿ ਡੈਲਟਾ x ਤੋਂ ਇੰਡੀਪੈਂਡੈਂਟ ਹੈ। ਇਸ ਲਈ ਇਹ ਹੋਰ ਕੁਝ ਨਹੀਂ ਬਲਕਿ ਇਹ f'(x) ਡੈਰੀਵੇਟਿਵ ਹੈ। ਇਸ ਲਈ ਜੋ ਅਸੀਂ ਦੇਖਿਆ ਹੈ ਕਿ ਜੇਕਰ ਕੋਈ ਫੰਕਸ਼ਨ ਡਿਫਰੈਂਸ਼ੀਏਬਲ ਹੈ ਤਾਂ ਡੈਰੀਵੇਟਿਵ ਐਗਜ਼ਿਸਟ ਕਰਦਾ ਹੈ ਅਤੇ ਡੈਰੀਵੇਟਿਵ a ਦੇ ਬਰਾਬਰ ਹੈ a ਇੱਥੇ ਡੈਲਟਾ y ਦੇ ਐਕਸਪ੍ਰੈਸ਼ਨ ਵਿੱਚ ਦਿੱਤਾ ਗਿਆ ਹੈ। ਜੇਕਰ f(x) ਡਿਫਰੈਂਸ਼ੀਏਬਲ ਹੈ ਤਾਂ f' ਐਗਜ਼ਿਸਟ ਕਰਦਾ ਹੈ ਅਤੇ ਇਸ ਦੀ ਨਿਸ਼ਚਿਤ ਵੈਲਿਊ a ਹੁੰਦੀ ਹੈ। ਅੱਗੇ ਅਸੀਂ ਇਹ ਦੇਖਾਂਗੇ ਕਿ ਜੇਕਰ ਡੈਰੀਵੇਟਿਵ ਐਗਜ਼ਿਸਟ ਕਰਦਾ ਹੈ ਤਾਂ ਇਹ ਦਰਸਾਵੇਗਾ ਕਿ ਫੰਕਸ਼ਨ ਡਿਫਰੈਂਸ਼ੀਏਬਲ ਹੈ
ਅਸੀਂ ਇਹ ਮੰਨਦੇ ਹਾਂ ਕਿ f ਪ੍ਰਾਈਮ x ਦੀ ਨਿਸ਼ਚਿਤ ਵੈਲਿਊ ਇਹ ਹੁੰਦੀ ਹੈ, ਜਿਸ ਦਾ ਅਰਥ ਇਹ ਹੈ ਕਿ f ਪ੍ਰਾਈਮ ਐਗਜ਼ਿਸਟ ਕਰਦਾ ਹੈ ਜਾਂ ਫਿਰ ਫੰਕਸ਼ਨ ਡੈਰੀਵੇਟਿਵ ਐਗਜ਼ਿਸਟ ਕਰਦਾ ਹੈ। ਇਸ ਮਾਮਲੇ ਵਿੱਚ ਸਾਡੇ ਕੋਲ ਹੈ ਜੋ ਕਿ ਇੱਥੇ ਦਿੱਤਾ ਗਿਆ ਹੈ ਕਿ f ਡੈਲਟਾ x ਮਾਈਨਸ f x ਬਟਾ ਡੈਲਟਾ x ਨੂੰ ਐਕਸਪ੍ਰੈਸ ਕਰਦਾ ਹੈ ਅਤੇ ਇਸ ਦੀ ਇੱਕ ਲਿਮਿਟ ਹੈ ਜਿਸ ਦੀ ਵੈਲਿਊ a ਦੇ ਬਰਾਬਰ ਹੈ, ਕਿਉਂਕਿ ਅਸੀਂ ਇਹ ਮੰਨਿਆ ਹੈ ਕਿ ਡੈਰੀਵੇਟਿਵ ਐਗਜ਼ਿਸਟ ਕਰਦਾ ਹੈ। ਇਸ ਲਈ ਇਸ ਦਾ ਅਰਥ ਇਹ ਹੈ ਕਿ ਇਹ ਲਿਮਿਟ ਐਗਜ਼ਿਸਟ ਕਰਦੀ ਹੈ ਜੋ ਕਿ a ਦੇ ਬਰਾਬਰ ਹੈ। ਇਹ ਉਹੀ ਹੈ ਜੋ ਕਿ ਅਸੀਂ ਮੰਨਿਆ ਹੈ। ਅਤੇ ਹੁਣ ਕਿਉਂਕਿ ਇਹ ਲਿਮਿਟ a ਦੇ ਬਰਾਬਰ ਹੈ, ਹੁਣ ਅਸੀਂ ਇਹ ਪਰਿਭਾਸ਼ਿਤ ਕਰ ਸਕਦੇ ਹਾਂ ਅਤੇ ਮੈਨੂੰ ਇੱਥੇ ਸਿਰਫ ਇਹ ਵਿਆਖਿਆ ਕਰਨ ਦਿਓ ਕਿ ਜੇਕਰ ਉਦਾਹਰਣ ਵਜੋਂ ਲਿਮਿਟ ਡੈਲਟਾ x ਕਿਸੇ ਫੰਕਸ਼ਨ ਲਈ goes to 0 ਹੁੰਦਾ ਹੈ ਅਤੇ ਇਹ ਮੰਨ ਲਓ 1 ਦੇ ਬਰਾਬਰ ਹੈ, ਤਾਂ ਫਿਰ ਇਸ ਵਿੱਚੋਂ ਅਸੀਂ ਕੀ ਲਿਖ ਸਕਦੇ ਹਾਂ? f(x-1) ਤਾਂ ਅਸੀਂ ਇਸ ਅੰਤਰ ਨੂੰ ਪੁਆਇੰਟ x ਦੇ ਨੇਬਰਹੁੱਡ ਵਿੱਚ ਪਰਿਭਾਸ਼ਿਤ ਕਰ ਸਕਦੇ ਹਾਂ। ਉਦਾਹਰਣ ਵਜੋਂ ਮੰਨ ਲਓ ਇਹ ਕਿਸੇ ਐਪਸੀਲੋਨ ਦੇ ਬਰਾਬਰ ਹੈ, ਤਾਂ ਇਸ ਐਪਸੀਲੋਨ ਵਿੱਚ ਕੀ ਪ੍ਰਾਪਰਟੀ ਹੋਵੇਗੀ ਕਿ ਇਹ ਐਪਸੀਲੋਨ 0 ਨੂੰ ਅਪਰੋਚ ਕਰੇਗਾ। ਇਸ ਲਈ ਜਦੋਂ ਡੈਲਟਾ x goes to 0 ਹੁੰਦਾ ਹੈ ਤਾਂ ਜੇਕਰ ਅਸੀਂ ਲਿਮਿਟ ਨੂੰ ਇੱਥੇ ਲੈਂਦੇ ਹਾਂ ਐਪਸੀਲੋਨ ਅਤੇ ਫਿਰ ਲਿਮਿਟ ਡੈਲਟਾ x goes to 0, ਇਹ ਇਸ ਲਿਮਿਟ ਦੇ ਬਰਾਬਰ ਹੋਵੇਗਾ ਇੱਥੇ ਡੈਲਟਾ x goes to 0 ਅਤੇ f(x-1) ਇਸ ਲਈ ਕਿਉਂਕਿ ਲਿਮਿਟ f(x goes to 1), ਇਸ ਲਈ ਇਹ ਇੱਥੇ ਜਾਵੇਗਾ। ਜੇਕਰ ਅਸੀਂ ਇੱਥੇ ਇਸ ਐਕਸਪ੍ਰੈਸ਼ਨ ਨੂੰ f(x-1) ਵਜੋਂ ਐਪਸੀਲੋਨ ਲਈ ਲਿਖਦੇ ਹਾਂ ਤਾਂ ਇਸ ਐਪਸੀਲੋਨ ਵਿੱਚ ਇਹ ਪ੍ਰਾਪਰਟੀ ਹੋਵੇਗੀ ਕਿ ਐਪਸੀਲੋਨ goes to 0 ਡੈਲਟਾ x goes to 0। ਇਸ ਲਈ ਸਾਡੇ ਕੋਲ ਇੱਥੇ ਸਮਾਨ ਸਥਿਤੀ ਹੈ। ਇਹ ਲਿਮਿਟ ਡੈਲਟਾ x goes to 0 ਇਸ ਭਾਗਫਲ ਦੇ ਇਸ ਐਕਸਪ੍ਰੈਸ਼ਨ ਨੂੰ a ਦੇ ਰੂਪ ਵਿੱਚ ਦਿੱਤਾ ਜਾਂਦਾ ਹੈ, ਜੋ ਅਸੀਂ ਹੇਠਾਂ ਲਿਖਿਆ ਹੈ ਕਿ ਇਸ ਭਾਗਫਲ f(x ਪਲਸ ਡੈਲਟਾ x ਮਾਈਨਸ f(x ਬਟਾ ਡੈਲਟਾ x ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ a ਪਲਸ ਇਸ ਲਿਮਿਟ ਦੀ ਵੈਲਿਊ ਜੋ ਕਿ 1 ਸੀ, ਤਾਂ ਇਸ ਲਈ a ਪਲਸ ਐਪਸੀਲੋਨ ਅਤੇ ਇਸ ਐਪਸੀਲੋਨ ਵਿੱਚ ਇਹ ਪ੍ਰਾਪਰਟੀ ਹੋਵੇਗੀ ਕਿ ਐਪਸੀਲੋਨ goes to 0 ਹੁੰਦਾ ਹੈ, ਜਿਵੇਂ ਹੀ ਡੈਲਟਾ x goes to 0 ਹੁੰਦਾ ਹੈ। ਇਸ ਲਈ ਇਸ ਧਾਰਨਾ ਦਾ ਉਪਯੋਗ ਅਸੀਂ ਬਾਅਦ ਵਿੱਚ ਕਈ ਲੈਕਚਰਾਂ ਵਿੱਚ ਵੀ ਕਰਾਂਗੇ। ਇਸ ਲਈ ਹੁਣ ਇਸ ਲਿਮਿਟ ਤੋਂ ਅਸੀਂ ਇਸ ਐਪਸੀਲੋਨ ਨੂੰ ਪੇਸ਼ ਕੀਤਾ ਹੈ, ਜਿਸ ਵਿੱਚ ਇਹ ਪ੍ਰਾਪਰਟੀ ਹੈ ਕਿ ਇਹ goes to 0 ਹੁੰਦਾ ਹੈ ਜਿਵੇਂ ਹੀ ਡੈਲਟਾ x goes to 0 ਹੁੰਦਾ ਹੈ, ਕਿਉਂਕਿ ਅਸੀਂ ਇਹ ਜਾਣਦੇ ਹਾਂ ਕਿ ਇਸ ਭਾਗਫਲ ਦੀ ਲਿਮਿਟ ਹੋਰ ਕੁਝ ਨਹੀਂ ਹੈ ਬਲਕਿ ਇਹ ਹੈ। ਇਸ ਲਈ ਇਹ ਐਪਸੀਲੋਨ 0 ਹੋਣਾ ਚਾਹੀਦਾ ਹੈ ਜਿਵੇਂ ਡੈਲਟਾ x goes to 0 ਹੁੰਦਾ ਹੈ। ਇਸ ਮਾਮਲੇ ਵਿੱਚ ਹੁਣ ਅਸੀਂ ਇਸ ਨੂੰ x ਪਲਸ ਡੈਲਟਾ x ਮਾਈਨਸ f(x) ਦੇ ਰੂਪ ਵਿੱਚ ਫਿਰ ਤੋਂ ਲਿਖ ਸਕਦੇ ਹਾਂ ਅਤੇ ਇਸ ਡੈਲਟਾ x ਨੂੰ ਅਸੀਂ ਰਾਈਟ ਹੈਂਡ ਸਾਈਡ ਵੱਲ ਲਿਜਾ ਸਕਦੇ ਹਾਂ ਤਾਂ ਅਸੀਂ ਪ੍ਰਾਪਤ ਕਰਦੇ ਹਾਂ a ਇਨਟੂ ਇਹ ਡੈਲਟਾ x ਅਤੇ ਪਲਸ ਐਪਸੀਲੋਨ ਇਨਟੂ ਡੈਲਟਾ x ਅਤੇ ਐਪਸੀਲੋਨ ਵਿੱਚ ਇਹ ਪ੍ਰਾਪਰਟੀ ਹੈ ਕਿ ਇਹ ਹੈ goes to 0 ਡੈਲਟਾ x goes to 0। ਅਤੇ ਹੁਣ ਇਸ ਦਾ ਅਰਥ ਇਹ ਹੈ ਕਿ ਕਿਉਂਕਿ ਸਾਨੂੰ ਇਹ ਐਕਸਪ੍ਰੈਸ਼ਨ ਇੱਥੇ ਮਿਲਿਆ ਹੈ ਕਿ ਇਹ ਅੰਤਰ ਹੈ, ਜਾਂ ਫਿਰ ਅਸੀਂ ਇਸ ਨੂੰ ਡੈਲਟਾ y ਵੀ ਕਹਿ ਸਕਦੇ ਹਾਂ। ਇਸ ਲਈ ਡੈਲਟਾ y ਅਸੀਂ ਇਸ ਨੂੰ a ਗੁਣਾ ਡੈਲਟਾ x ਪਲਸ ਐਪਸੀਲੋਨ ਡੈਲਟਾ x ਦੇ ਰੂਪ ਵਿੱਚ ਲਿਖ ਸਕਦੇ ਹਾਂ ਅਤੇ ਇਹ ਡੈਲਟਾ x ਤੋਂ ਇੰਡੀਪੈਂਡੈਂਟ ਸੀ ਕਿਉਂਕਿ ਇਹ ਇੱਥੇ a ਦੀ ਲਿਮਿਟਿੰਗ ਸਥਿਤੀ ਸੀ, ਇਸ ਲਈ ਇਹ ਡੈਲਟਾ x ਤੋਂ ਇੰਡੀਪੈਂਡੈਂਟ ਸੀ। ਅਤੇ ਹੁਣ ਅਸੀਂ ਇਹ ਪਾਇਆ ਕਿ ਇਹ f ਡਿਫਰੈਂਸ਼ੀਏਬਲ ਹੈ ਕਿਉਂਕਿ ਇਹ ਡਿਫਰੈਂਸ਼ੀਏਬਿਲਿਟੀ ਦੀ ਪਰਿਭਾਸ਼ਾ ਸੀ, ਇਸ ਲਈ ਇਸ ਦਾ ਅਰਥ ਇਹ ਹੈ ਕਿ f ਡਿਫਰੈਂਸ਼ੀਏਬਲ ਹੈ। ਹੁਣ ਅਸੀਂ ਜੋ ਸਿੱਖਿਆ ਹੈ ਉਹ ਇਹ ਹੈ ਕਿ ਫੰਕਸ਼ਨ ਦਾ ਡਿਫਰੈਂਸ਼ੀਅਲ ਜਿਸ ਨੂੰ ਕਿ ਅਸੀਂ dy ਵਜੋਂ ਪੇਸ਼ ਕੀਤਾ ਸੀ ਉਹ ਹੈ ਇਹ ਟਰਮ a ਗੁਣਾ ਡੈਲਟਾ x। ਫੰਕਸ਼ਨ ਦਾ ਇਹ ਡਿਫਰੈਂਸ਼ੀਅਲ ਇਸ ਦੇ ਡੈਰੀਵੇਟਿਵ ਦਾ ਪ੍ਰੋਡਕਟ ਹੈ ਕਿਉਂਕਿ ਇਹ ਹੋਰ ਕੁਝ ਨਹੀਂ ਬਲਕਿ ਇਸ f ਦਾ ਡੈਰੀਵੇਟਿਵ ਹੈ ਅਤੇ ਆਰਬਿਟਰੇਰੀ ਡੈਲਟਾ x ਇਨਕਰੀਮੈਂਟ ਹੈ। ਇਸ ਲਈ ਇੱਥੇ ਇਹ ਟਰਮ ਡੈਲਟਾ y ਮੁਆਫ ਕਰਨਾ dy, ਇਸ ਲਈ dy ਜਿਸ ਨੂੰ ਕਿ ਡਿਫਰੈਂਸ਼ੀਅਲ ਆਖਿਆ ਜਾਂਦਾ ਹੈ ਹੋਰ ਕੁਝ ਨਹੀਂ ਬਲਕਿ ਇਸ ਦੇ ਡੈਰੀਵੇਟਿਵ ਦਾ ਪ੍ਰੋਡਕਟ ਹੈ ਅਤੇ ਇਸ ਇੰਡੀਪੈਂਡੈਂਟ ਵੇਰੀਏਬਲ ਦਾ ਇਨਕਰੀਮੈਂਟ ਡੈਲਟਾ x, ਜਾਂ ਫਿਰ ਸਰਲ ਰੂਪ ਵਿੱਚ ਅਸੀਂ ਲਿਖ ਸਕਦੇ ਹਾਂ ਕਿ dy ਹੋਰ ਕੁਝ ਨਹੀਂ ਬਲਕਿ f ਪ੍ਰਾਈਮ x ਅਤੇ ਡੈਲਟਾ x ਹੈ। ਅਸੀਂ ਹੋਰ ਜੋ ਕੁਝ ਸਿੱਖਿਆ ਹੈ ਉਹ ਇਹ ਹੈ ਕਿ ਡੈਰੀਵੇਟਿਵ ਹੋਣਾ ਅਤੇ ਡਿਫਰੈਂਸ਼ੀਏਬਿਲਿਟੀ ਹੋਣਾ ਬੁਨਿਆਦੀ ਤੌਰ ਤੇ ਸਮਾਨ ਧਾਰਨਾ ਹੈ ਜਦੋਂ ਵੀ ਅਸੀਂ ਇੱਕ ਵੇਰੀਏਬਲ ਦੇ ਫੰਕਸ਼ਨ ਬਾਰੇ ਗੱਲ ਕਰ ਰਹੇ ਹੋਈਏ। ਖੈਰ, ਡਿਫਰੈਂਸ਼ੀਅਲ ਦੀ ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਵੱਲ ਅੱਗੇ ਵਧਦੇ ਹੋਏ ਅਸੀਂ ਡਿਫਰੈਂਸ਼ੀਅਲ ਬਾਰੇ ਗੱਲ ਕਰ ਰਹੇ ਹਾਂ, ਇਸ ਲਈ ਇੱਥੇ ਹੁਣ ਜਿਓਮੈਟਰੀ ਵਿੱਚ ਸਾਡਾ ਮਤਲਬ ਹੈ। ਅਸੀਂ ਪਹਿਲਾਂ ਵੀ ਜੋ ਦੱਸਿਆ ਹੈ ਉਹ ਇਹ ਹੈ ਕਿ ਡੈਲਟਾ y ਜਦੋਂ ਫੰਕਸ਼ਨ ਡਿਫਰੈਂਸ਼ੀਅਲ ਹੋਵੇ ਤਾਂ ਡੈਲਟਾ y ਨੂੰ ਅਸੀਂ a ਟਾਈਮਸ ਡੈਲਟਾ x ਪਲਸ ਐਪਸੀਲੋਨ ਟਾਈਮਸ ਡੈਲਟਾ x ਵਜੋਂ ਲਿਖ ਸਕਦੇ ਹਾਂ ਅਤੇ ਅਸੀਂ ਇਹ ਵੀ ਦੇਖਿਆ ਹੈ ਕਿ
ਜਦੋਂ ਅਸੀਂ ਇਹ ਲਿਮਿਟ ਲੈਂਦੇ ਹਾਂ ਤਾਂ ਅਸੀਂ ਇਹ ਪ੍ਰਾਪਤ ਕਰਦੇ ਹਾਂ ਕਿ ਇਹ ਹੋਰ ਕੁਝ ਨਹੀਂ ਬਲਕਿ f' ਹੈ। ਅਸੀਂ ਇਹ ਵੀ ਦੇਖਿਆ ਹੈ ਅਤੇ ਇਹ ਜੋ ਕਿ ਅਸੀਂ ਦੱਸਿਆ ਹੈ ਕਿ ਡਿਫਰੈਂਸ਼ੀਅਲ y ਹੋਰ ਕੁਝ ਨਹੀਂ ਬਲਕਿ a ਟਾਈਮਸ dx ਜਾਂ ਇਹ ਹੋਰ ਕੁਝ ਨਹੀਂ ਬਲਕਿ f' dx ਹੈ। ਇਸ ਲਈ ਹੁਣ ਅਸੀਂ ਇੱਥੇ ਦੇਖਾਂਗੇ ਕਿ ਸਾਡਾ ਇੱਥੇ ਜਿਓਮੈਟਰੀ ਦੀਆਂ ਟਰਮਜ਼ ਵਿੱਚ ਇਸ ਇਨਕਰੀਮੈਂਟ ਅਤੇ ਇਸ ਡਿਫਰੈਂਸ਼ੀਅਲ ਤੋਂ ਕੀ ਭਾਵ ਹੈ। ਆਓ ਇੱਥੇ ਅਸੀਂ ਇਹ ਕੰਸੀਡਰ ਕਰੀਏ ਕਿ ਸਾਡੇ ਕੋਲ ਫੰਕਸ਼ਨ y ਹੈ, ਇਸ ਲਈ ਇਹ x ਐਕਸਿਸ ਹੈ ਅਤੇ ਇਹ y ਐਕਸਿਸ ਹੈ। ਸਾਡੇ ਕੋਲ ਇਹ ਕਰਵ ਹੈ y ਬਰਾਬਰ ਹੈ fx ਜਾਂ ਫਿਰ ਇੱਕ ਵੇਰੀਏਬਲ ਦਾ ਫੰਕਸ਼ਨ ਹੈ ਅਤੇ ਆਓ ਇੱਥੇ ਪੁਆਇੰਟ x ਲਈਏ, ਇਸ ਲਈ ਇਸ ਤੇ ਵੈਲਿਊ ਅਤੇ ਇੱਥੇ ਪੁਆਇੰਟ x ਅਤੇ fx ਹੈ, ਇਸ ਲਈ ਇੱਥੇ ਇਹ ਵੈਲਿਊ fx ਦੀ ਉਚਾਈ ਹੈ, ਇਸ ਲਈ ਇਹ ਪੁਆਇੰਟ x ਇਨਟੂ fx ਹੈ ਅਤੇ ਫਿਰ ਅਸੀਂ x ਵਿੱਚ ਡੈਲਟਾ x ਦਾ ਇਨਕਰੀਮੈਂਟ ਕਰਦੇ ਹਾਂ, ਇਸ ਲਈ ਸਾਡੇ ਕੋਲ ਇੱਥੇ ਇੱਕ ਹੋਰ ਪੁਆਇੰਟ ਹੈ ਜੋ ਕਿ x ਪਲਸ ਡੈਲਟਾ x ਅਤੇ ਫੰਕਸ਼ਨ ਦੀ ਵੈਲਿਊ fx ਪਲਸ ਡੈਲਟਾ x ਵਜੋਂ ਲੈਂਦੇ ਹੈ। ਇਸ ਲਈ ਇਹ ਪੁਆਇੰਟ ਇਸ x ਕੋਆਰਡੀਨੇਟ ਕਾਰਨ x ਪਲਸ ਡੈਲਟਾ x ਬਣ ਜਾਂਦਾ ਹੈ ਅਤੇ y ਕੋਆਰਡੀਨੇਟ, ਇਸ ਲਈ ਇਸ ਪੁਆਇੰਟ fx ਪਲਸ ਡੈਲਟਾ x ਤੇ ਇਸ ਫੰਕਸ਼ਨ ਦੀ ਵੈਲਿਊ। ਹੁਣ ਅਸੀਂ ਇੱਥੇ ਇੱਕ ਟੈਂਜੈਂਟ ਡਰਾ ਕਰਾਂਗੇ ਕਿਉਂਕਿ ਅਸੀਂ ਡੈਰੀਵੇਟਿਵ ਬਾਰੇ ਗੱਲ ਕਰ ਰਹੇ ਹਾਂ, ਇਸ ਲਈ ਇਸ ਤੇ ਚਰਚਾ ਹੋ ਜਾਵੇਗੀ। ਇਸ ਲਈ ਅਸੀਂ ਇਸ ਪੁਆਇੰਟ x ਤੇ ਇੱਕ ਟੈਂਜੈਂਟ ਡਰਾ ਕਰਦੇ ਹਾਂ ਜੋ ਕਿ ਡਾਟ ਵਾਲੀ ਲਾਈਨ ਨਾਲ ਦਰਸਾਇਆ ਜਾਂਦਾ ਹੈ ਅਤੇ ਫਿਰ ਇਹ ਕੁਦਰਤੀ ਰੂਪ ਵਿੱਚ ਡੈਲਟਾ x ਹੈ, ਉਹ ਇਨਕਰੀਮੈਂਟ ਜੋ ਕਿ ਅਸੀਂ x ਨੂੰ ਦਿੱਤਾ ਹੈ, ਇਸ ਲਈ ਇਹ ਡੈਲਟਾ x ਜਾਂ dx ਟਰਮ ਹੈ। ਅਸੀਂ ਇਸ ਪੁਆਇੰਟ ਤੇ ਆਵਾਂਗੇ ਕਿ ਅਸੀਂ ਇਸ dx ਨੂੰ ਕਿਉਂ ਲਿਖਿਆ ਹੈ ਅਤੇ ਫਿਰ ਇਹ ਡੈਲਟਾ y ਵਿੱਚ ਇਨਕਰੀਮੈਂਟ ਹੈ, ਇਸ ਲਈ ਜਦੋਂ ਵੀ ਅਸੀਂ ਡੈਲਟਾ x ਰਾਹੀਂ x ਵਿੱਚ ਡੈਲਟਾ ਇਨਕਰੀਮੈਂਟ ਕਰਦੇ ਹਾਂ ਤਾਂ ਇਹ ਡੈਲਟਾ y ਵਿੱਚ ਬਦਲਾਵ ਹੁੰਦਾ ਹੈ, ਇਸ ਲਈ ਇਹ ਡੈਲਟਾ y ਵਿੱਚ ਇੱਕ ਬਦਲਾਵ ਹੈ ਕਿਉਂਕਿ ਇਸ ਤੋਂ ਪਹਿਲਾਂ y ਅਜਿਹਾ ਸੀ ਅਤੇ ਹੁਣ y ਇਸ ਪੁਆਇੰਟ ਤੇ ਅਜਿਹਾ ਬਣ ਗਿਆ ਹੈ। ਹੁਣ ਇੱਥੇ ਜੋ ਅੰਤਰ ਹੈ ਉਹ ਹੈ ਡੈਲਟਾ y ਜਾਂ ਫਿਰ ਇਸ ਡੈਲਟਾ y ਵਿੱਚ ਇਨਕਰੀਮੈਂਟ ਅਤੇ ਇਹ dy ਕੀ ਹੈ। dy ਇਸ ਦਾ ਪਹਿਲਾ ਡੈਰੀਵੇਟਿਵ ਹੈ ਇੱਥੇ fx f' ਅਤੇ dx ਜੇਕਰ ਇਹ ਡੈਰੀਵੇਟਿਵ ਹੈ ਤਾਂ ਟੈਂਜੈਂਟ f' ਹੋਰ ਕੁਝ ਨਹੀਂ ਬਲਕਿ ਇਸ ਐਂਗਲ ਤੇ ਇੱਕ ਟੈਂਜੈਂਟ ਹੈ, ਇਸ ਲਈ ਇਹ ਬਟਾ ਇਹ ਦੇ ਬਰਾਬਰ ਹੈ। ਇਸ ਲਈ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਦਾ ਇਹ ਡਿਸਟੈਂਸ ਹੋਰ ਕੁਝ ਨਹੀਂ ਬਲਕਿ f' ਗੁਣਾ ਇਹ ਡੈਲਟਾ x ਹੈ ਕਿਉਂਕਿ ਇਸ ਤਿਕੋਣ ਵਿੱਚ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਇੱਥੇ ਇਸ ਕੋਣ ਦਾ ਇਹ ਟੈਂਜੈਂਟ ਇਸ ਪੁਆਇੰਟ x ਤੇ f' ਹੈ ਅਤੇ ਇਹ ਉਸ ਡਿਸਟੈਂਸ ਦੇ ਬਰਾਬਰ ਹੋਵੇਗਾ ਜਿਸ ਨੂੰ ਕਿ ਅਸੀਂ dy ਵਜੋਂ ਆਖਦੇ ਹਾਂ ਅਤੇ ਇਹ ਡੈਲਟਾ x ਦੇ ਬਰਾਬਰ ਹੈ। ਇਹ dy ਹੋਰ ਕੁਝ ਨਹੀਂ ਬਲਕਿ ਡੈਲਟਾ x fx ਹੈ ਜਾਂ ਫਿਰ ਇੱਥੇ ਇਹ ਡਿਸਟੈਂਸ f' ਇਨਟੂ ਡੈਲਟਾ x ਹੈ। ਇਹ ਡਿਸਟੈਂਸ f' ਇਨਟੂ ਡੈਲਟਾ x ਹੈ ਅਤੇ ਇਹ ਉਹ ਹੈ ਜਿਸ ਨੂੰ ਕਿ ਅਸੀਂ dy ਕਹਿੰਦੇ ਹਾਂ। ਮੈਨੂੰ ਇਸ ਨੂੰ ਮਿਟਾ ਲੈਣ ਦਿਓ। ਇਹ ਸਾਡੀ ਪਰਿਭਾਸ਼ਾ ਵਿੱਚ dy ਹੈ, ਇਸ ਲਈ ਹੁਣ ਕੋਈ ਵੀ ਇਹ ਪਤਾ ਲਗਾ ਸਕਦਾ ਹੈ ਕਿ ਇਹ ਡੈਲਟਾ y ਸੀ ਜੋ ਕਿ ਫੰਕਸ਼ਨ ਵਿੱਚ y ਇਨਕਰੀਮੈਂਟ ਸੀ ਜਦੋਂ ਅਸੀਂ ਡੈਲਟਾ x ਰਾਹੀਂ x ਵਿੱਚ ਇੱਕ ਇਨਕਰੀਮੈਂਟ ਕੀਤਾ ਸੀ ਅਤੇ ਇਹ dy ਹੈ ਜੋ ਕਿ ਸਾਡੀ ਪਰਿਭਾਸ਼ਾ ਵਿੱਚ y ਦਾ ਡਿਫਰੈਂਸ਼ੀਅਲ ਹੈ। ਇਸ ਲਈ ਅਸੀਂ ਜੋ ਇੱਥੇ ਪਾਉਂਦੇ ਹਾਂ ਉਹ ਹੈ a ਡੈਲਟਾ x ਅਤੇ ਡੈਲਟਾ y ਫੰਕਸ਼ਨ ਵਿੱਚ ਬਦਲਾਵ ਹਨ। ਜਦੋਂ ਅਸੀਂ x ਨੂੰ ਡੈਲਟਾ x ਰਾਹੀਂ ਬਦਲਿਆ ਸੀ ਤਾਂ ਫੰਕਸ਼ਨ ਵਿੱਚ ਡੈਲਟਾ y ਵਿੱਚ ਇੱਕ ਬਦਲਾਵ ਹੋਇਆ ਸੀ ਅਤੇ ਇਹ dy ਟੈਂਜੈਂਟ ਵਿੱਚ ਬਦਲਾਵ ਸੀ, ਇਸ ਲਈ ਇਸ ਦੇ ਸਮੇਤ ਇਹ ਟੈਂਜੈਂਟ ਸਮੇਤ ਬਦਲਾਵ ਹੈ ਅਤੇ ਇਹ ਖੁਦ ਫੰਕਸ਼ਨ ਸਮੇਤ ਵੀ ਬਦਲਾਵ ਹੈ। ਜਦੋਂ ਅਸੀਂ ਡੈਲਟਾ x ਰਾਹੀਂ x ਵਿੱਚ ਇਨਕਰੀਮੈਂਟ ਕੀਤਾ ਸੀ ਤਾਂ ਅਸੀਂ ਇੱਥੇ ਇਹ ਵੀ ਨੋਟ ਕੀਤਾ ਸੀ ਕਿ dy ਅਤੇ dx dy ਅਤੇ ਇਹ dx ਟੈਂਜੈਂਟ ਲਾਈਨ ਸਮੇਤ ਬਦਲਾਵਾਂ ਦਾ ਮਾਪ ਕਰਦਾ ਹੈ। ਇਸ ਲਈ ਇੱਥੇ ਇਹ ਟੈਂਜੈਂਟ ਲਾਈਨ ਸਮੇਤ ਹੈ ਕਿ ਅਸੀਂ ਡੈਲਟਾ x ਰਾਹੀਂ ਇੱਥੇ ਬਦਲਾਵ ਕੀਤਾ ਸੀ, ਜਾਂ ਅਸੀਂ ਇਸ ਨੂੰ ਇਹ dx ਵੀ ਆਖ ਸਕਦੇ ਹਾਂ, ਦੋਨੋਂ ਸਮਾਨ ਗੱਲਾਂ ਹਨ। ਅਤੇ ਇੱਥੇ ਇਹ dy ਦੇ ਨਾਲ ਟੈਂਜੈਂਟ ਲਾਈਨ ਵਿੱਚ ਬਦਲਾਵ ਹੈ ਤਾਂ ਇਹ ਨੋਟੇਸ਼ਨ ਹੈ dx ਅਤੇ dy। ਦੂਜੇ ਪਾਸੇ ਡੈਲਟਾ y ਅਤੇ ਡੈਲਟਾ x ਫੰਕਸ਼ਨ fx ਲਈ ਬਦਲਾਵ ਦਾ ਮਾਪ ਕਰਦੇ ਹਨ। ਇੱਥੇ ਜਦੋਂ ਵੀ ਅਸੀਂ ਡੈਲਟਾ x ਵਿੱਚ ਇੱਕ ਇਨਕਰੀਮੈਂਟ ਕਰਦੇ ਹਾਂ ਤਾਂ ਫੰਕਸ਼ਨ y
ਵਿੱਚ ਡੈਲਟਾ y ਇਨਕਰੀਮੈਂਟ ਹੁੰਦਾ ਹੈ, ਇਸ ਲਈ ਅਸੀਂ ਇਸ ਨੂੰ ਡੈਲਟਾ y ਨਾਲ ਡਿਨੋਟ ਕੀਤਾ ਹੈ ਅਤੇ ਇਹ ਡੈਲਟਾ x ਅਤੇ dx ਇਹ ਸਮਾਨ ਹਨ ਕਿਉਂਕਿ x ਵਿੱਚ ਬਦਲਾਵ ਉਸ ਨੂੰ ਚਾਹੇ ਅਸੀਂ ਡੈਲਟਾ x ਜਾਂ ਡੈਲ x ਨਾਲ ਡਿਨੋਟ ਕਰੀਏ, ਇਹ ਸਮਾਨ ਹਨ ਪਰ ਇਸ y ਐਕਸਿਸ ਦੇ ਨਾਲ ਇਹ ਫੰਕਸ਼ਨ ਵਿੱਚ ਬਦਲਾਵ ਹੈ ਅਤੇ ਇਹ ਫੰਕਸ਼ਨ ਦੀ ਟੈਂਜੈਂਟ ਲਾਈਨ ਵਿੱਚ ਬਦਲਾਵ ਹੈ, ਇਸ ਲਈ ਇੱਥੇ ਇੱਕ ਅੰਤਰ ਹੈ ਜਾਂ ਫਿਰ ਖੁਦ ਫਾਰਮੂਲੇ ਤੋਂ ਅਸੀਂ ਦੇਖ ਸਕਦੇ ਹਾਂ ਕਿਉਂਕਿ ਸਾਡੇ ਕੋਲ ਇਹ ਪਰਿਭਾਸ਼ਾ ਹੈ ਕਿ dy ਇਸ f' ਅਤੇ dx ਦੇ ਡੈਰੀਵੇਟਿਵ ਦੇ ਬਰਾਬਰ ਹੈ, ਅਤੇ ਜੇਕਰ ਤੁਸੀਂ y ਬਰਾਬਰ ਹੈ x ਲਈ ਸਬਸਟੀਟਿਊਟ ਕਰਦੇ ਹੋ, ਮੰਨ ਲਓ ਕਿ y ਬਰਾਬਰ ਹੈ x ਦੇ, ਇਸ ਲਈ y ਬਰਾਬਰ ਹੈ x, ਅਤੇ ਫਿਰ ਡੈਰੀਵੇਟਿਵ ਹੋਵੇਗਾ 1 ਗੁਣਾ dx ਜਾਂ ਡੈਲਟਾ x, ਕਿਉਂਕਿ ਇਸ ਨੂੰ ਮੂਲ ਰੂਪ ਵਿੱਚ ਲੀਨੀਅਰ ਟਰਮ ਵਜੋਂ ਲਿਆ ਗਿਆ ਸੀ ਜੋ ਕਿ ਮੂਲ ਰੂਪ ਵਿੱਚ a ਟਾਈਮਸ ਡੈਲਟਾ x ਸੀ, ਇਸ ਨੂੰ f' ਡੈਲਟਾ x ਵਜੋਂ ਪਰਿਭਾਸ਼ਿਤ ਕੀਤਾ ਗਿਆ ਸੀ। dx ਡੈਲਟਾ x ਬਣ ਜਾਂਦਾ ਹੈ ਜਾਂ ਫਿਰ ਅਸੀਂ ਇਸ ਨੋਟ ਤੋਂ ਇਹ ਸਮਝ ਸਕਦੇ ਹਾਂ ਕਿ ਜਦੋਂ dy ਅਤੇ dx ਨੂੰ ਅਸੀਂ ਨੋਟੇਸ਼ਨ ਵਜੋਂ ਲੈਂਦੇ ਹਾਂ ਜਾਂ ਅਸੀਂ ਟੈਂਜੈਂਟ ਲਾਈਨ ਦੇ ਨਾਲ ਬਦਲਾਵਾਂ ਨੂੰ ਮਾਪਦੇ ਹਾਂ, ਇਸ ਲਈ ਸਾਡੇ ਕੋਲ dx ਹੈ ਅਤੇ ਸਾਡੇ ਕੋਲ dy ਹੈ, ਅਤੇ ਦੁਬਾਰਾ ਫਿਰ ਸਾਡੇ ਕੋਲ ਡੈਲਟਾ x ਹੈ ਅਤੇ ਫਿਰ ਸਾਡੇ ਕੋਲ ਇੱਥੇ ਡੈਲਟਾ y ਹੈ, ਠੀਕ ਹੈ, ਇਸ ਲਈ ਹੁਣ ਸਾਡੇ ਕੋਲ ਡਿਫਰੈਂਸ਼ੀਏਬਿਲਿਟੀ ਲਈ ਜਿਓਮੈਟ੍ਰੀਕਲ ਇੰਟਰਪ੍ਰੀਟੇਸ਼ਨ ਹੈ, ਫਿਰ ਅਸੀਂ ਸਿਰਫ ਇਸ ਪਰਿਭਾਸ਼ਾ ਨੂੰ ਦੁਬਾਰਾ ਲਿਖਿਆ ਹੈ, ਇਸ ਲਈ ਫੰਕਸ਼ਨ y ਬਰਾਬਰ ਹੈ f(x) ਨੂੰ ਪੁਆਇੰਟ x ਨੋਟ y ਨੋਟ ਤੇ ਡਿਫਰੈਂਸ਼ੀਅਲ ਕਿਹਾ ਜਾਵੇਗਾ, ਜੇਕਰ ਇਸ ਨੂੰ ਇਸ ਪੁਆਇੰਟ ਦੇ ਨੇਬਰਹੁੱਡ ਵਿੱਚ ਇੱਕ ਲੀਨੀਅਰ ਫੰਕਸ਼ਨ ਦੁਆਰਾ ਅਨੁਮਾਨਿਤ ਕੀਤਾ ਜਾ ਸਕਦਾ ਹੈ ਤਾਂ ਉਸ ਲੀਨੀਅਰ ਐਕਸਪ੍ਰੈਸ਼ਨ ਦੀ ਟਰਮਜ਼ ਵਿੱਚ ਪਹਿਲਾਂ ਲਿਖੀ ਗਈ ਡਿਫਰੈਂਸ਼ੀਏਬਿਲਿਟੀ ਦੀ ਇੱਕ ਹੋਰ ਇੰਟਰਪ੍ਰੀਟੇਸ਼ਨ ਹੈ ਅਤੇ ਫਿਰ ਐਪਸੀਲੋਨ ਡੈਲਟਾ x, ਇੱਥੇ ਵੀ ਸਾਡੀ ਇੱਕ ਹੋਰ ਇੰਟਰਪ੍ਰੀਟੇਸ਼ਨ ਹੈ ਕਿ ਇਸ ਫੰਕਸ਼ਨ ਨੂੰ ਡਿਫਰੈਂਸ਼ੀਏਬਲ ਕਿਹਾ ਜਾਵੇਗਾ ਜੇਕਰ ਇਸ ਨੂੰ ਇਸ ਪੁਆਇੰਟ ਦੇ ਨੇਬਰਹੁੱਡ ਵਿੱਚ ਲੀਨੀਅਰ ਫੰਕਸ਼ਨ ਵਿੱਚ ਅਨੁਮਾਨਿਤ ਕੀਤਾ ਜਾ ਸਕਦਾ ਹੈ ਤਾਂ ਸਾਡਾ ਗਣਿਤਿਕ ਰੂਪ ਵਿੱਚ ਮਤਲਬ ਹੈ ਕਿ f(x) ਜੇਕਰ ਅਸੀਂ ਇਸ ਫੰਕਸ਼ਨ ਨੂੰ ਇਸ x ਨੋਟ y ਨੋਟ ਪੁਆਇੰਟ ਨੇਬਰਹੁੱਡ ਵਿੱਚ ਲੀਨੀਅਰ ਫੰਕਸ਼ਨ ਦੁਆਰਾ ਅਨੁਮਾਨਿਤ ਕਰ ਸਕਦੇ ਹਾਂ ਤਾਂ ਇਹ ਇੱਥੇ ਲੀਨੀਅਰ ਫੰਕਸ਼ਨ ਹੋਵੇਗਾ f(x) ਨੋਟ ਪਲਸ x ਮਾਈਨਸ x ਨੋਟ a ਪਲਸ ਐਪਸੀਲੋਨ ਅਤੇ ਫਿਰ a x ਮਾਈਨਸ x ਨੋਟ। ਤਾਂ ਇਹ ਇੱਕ ਸਿਮਿਲਰ ਪਰਿਭਾਸ਼ਾ ਹੈ ਜੋ ਕਿ ਸਾਡੇ ਕੋਲ ਪਹਿਲਾਂ ਹੈ, ਇਸ ਲਈ ਜੇਕਰ ਅਸੀਂ ਇਸ f(x) ਨੋਟ ਨੂੰ ਲੈਫਟ ਹੈਂਡ ਸਾਈਡ ਵੱਲ ਲਿਆਉਂਦੇ ਹਾਂ ਤਾਂ ਇਹ ਡੈਲਟਾ y ਵਰਗਾ ਬਣ ਜਾਵੇਗਾ, ਅਤੇ ਸਾਡੇ ਕੋਲ ਇੱਥੇ ਡੈਲਟਾ x ਹੈ ਅਤੇ ਇਹ ਟਰਮਜ਼ ਪਲਸ ਐਪਸੀਲੋਨ ਅਤੇ ਫਿਰ ਡੈਲਟਾ x ਅਤੇ x ਵਿੱਚ ਬਦਲਾਵ, ਪਰ ਇੱਥੇ ਹੁਣ ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ ਕਿ ਜੇਕਰ ਅਸੀਂ x ਨੋਟ y ਨੋਟ ਪੁਆਇੰਟ ਦੇ ਨੇਬਰਹੁੱਡ ਵਿੱਚ ਇੱਕ ਲੀਨੀਅਰ ਫੰਕਸ਼ਨ ਦੁਆਰਾ ਇਸ f(x) ਨੂੰ ਐਕਸਪ੍ਰੈਸ ਕਰ ਸਕਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਇਹ ਲੀਨੀਅਰ ਫੰਕਸ਼ਨ ਹੈ ਅਤੇ ਪਲਸ ਸਾਡੇ ਕੋਲ ਐਪਸੀਲੋਨ ਹੈ ਅਤੇ a x ਮਾਈਨਸ x ਨੋਟ। ਨੋਟ ਕਰੋ ਕਿ ਐਪਸੀਲੋਨ goes to 0 x ਹੁੰਦਾ ਹੈ ਕਿਉਂਕਿ x goes to x ਨੋਟ। ਇਹ ਟਰਮ ਬਹੁਤ ਛੋਟੀ ਹੈ ਕਿਉਂਕਿ ਇਹ ਵੀ 0 ਹੋਣ ਜਾ ਰਹੀ ਹੈ ਅਤੇ ਇਹ ਵੀ 0 ਹੋਣ ਜਾ ਰਹੀ ਹੈ, ਅਤੇ ਹੁਣ ਸਾਡੇ ਕੋਲ ਕਿਸੇ ਨਾ ਕਿਸੇ ਤਰ੍ਹਾਂ ਅੰਤਰ x ਮਾਈਨਸ x ਨੋਟ ਦੀ ਟਰਮਜ਼ ਵਿੱਚ ਕੁਆਡਰੈਟਿਕ ਟਰਮ ਹੈ ਅਤੇ ਇੱਥੇ ਸਾਡੇ ਕੋਲ x ਮਾਈਨਸ x ਨੋਟ ਦੀ ਟਰਮਜ਼ ਵਿੱਚ ਲੀਨੀਅਰ ਟਰਮ ਹੈ। ਇਸ ਦਾ ਅਰਥ ਇਹ ਹੈ ਕਿ ਅਸੀਂ ਇਸ ਫੰਕਸ਼ਨ ਨੂੰ ਇਸ ਲੀਨੀਅਰ ਫੰਕਸ਼ਨ ਦੁਆਰਾ ਇਸ ਪੁਆਇੰਟ x ਨੋਟ ਦੇ ਘੱਟੋ ਘੱਟ ਨੇਬਰਹੁੱਡ ਵਿੱਚ ਅਨੁਮਾਨਿਤ ਕਰ ਸਕਦੇ ਹਾਂ। ਇਹ x ਦਾ ਇੱਕ ਲੀਨੀਅਰ ਫੰਕਸ਼ਨ ਹੈ ਅਤੇ ਕਰਵ ਦੇ ਟੈਂਜੈਂਟ ਦੀ ਇਕੁਏਸ਼ਨ ਹੋਰ ਕੁਝ ਨਹੀਂ ਬਲਕਿ ਇਸ ਫੰਕਸ਼ਨ y ਜਾਂ ਕਰਵ ਬਰਾਬਰ ਹੈ f(x) ਦੇ ਪੁਆਇੰਟ x ਨੋਟ ਤੇ ਟੈਂਜੈਂਟ ਦੀ ਇਕੁਏਸ਼ਨ ਹੈ ਜੋ ਹੈ f(x) ਨੋਟ, ਅਤੇ ਫਿਰ ਜਿਵੇਂ ਕਿ ਇੱਥੇ x ਐਕਸਿਸ y ਐਕਸਿਸ ਹੈ ਤਾਂ ਫਿਰ ਸਾਡੇ ਕੋਲ ਕੋਈ ਕਰਵ y ਹੈ ਜੋ ਕਿ f(x) ਦੇ ਬਰਾਬਰ ਹੈ, ਅਤੇ ਇਸ ਪੁਆਇੰਟ x ਨੋਟ ਤੇ ਇਹ ਪੁਆਇੰਟ x ਨੋਟ f(x) ਨੋਟ। ਜੇਕਰ ਤੁਸੀਂ ਇੱਕ ਟੈਂਜੈਂਟ ਡਰਾ ਕਰਦੇ ਹੋ ਤਾਂ ਫਿਰ ਜੋ ਅਸੀਂ ਇੱਥੇ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਫੰਕਸ਼ਨ ਡਿਫਰੈਂਸ਼ੀਏਬਲ ਹੈ ਤਾਂ ਅਸੀਂ ਇੱਕ ਲੀਨੀਅਰ ਫੰਕਸ਼ਨ ਰਾਹੀਂ ਨੇਬਰਹੁੱਡ ਨੂੰ ਅਨੁਮਾਨਿਤ ਕਰ ਸਕਦੇ ਹਾਂ, ਅਤੇ ਇਸ ਲੀਨੀਅਰ ਅਪਰੋਕਸੀਮੇਸ਼ਨ ਦੀ ਸਟੀਕਤਾ ਇਸ ਤੇ ਨਿਰਭਰ ਕਰੇਗੀ। ਉਦਾਹਰਣ ਵਜੋਂ ਜੇਕਰ ਅਸੀਂ x ਲੈਂਦੇ ਹਾਂ ਅਤੇ ਇਸ ਪੁਆਇੰਟ ਦਾ ਐਕਸਿਸ ਬਹੁਤ ਵਧੀਆ ਤਰੀਕੇ ਨਾਲ ਅਨੁਮਾਨਿਤ ਕੀਤਾ ਗਿਆ ਹੈ ਅਤੇ ਜੇਕਰ ਇਹ x ਨੋਟ ਤੋਂ ਬਹੁਤ ਦੂਰ ਸਥਿਤ ਕੋਈ ਪੁਆਇੰਟ ਹੈ ਤਾਂ ਅਸੀਂ ਘੱਟੋ ਘੱਟ ਇਸ ਪੁਆਇੰਟ ਦੇ ਨੇਬਰਹੁੱਡ ਵਿੱਚ ਇਸ ਨੂੰ ਵਧੀਆ ਤਰੀਕੇ ਨਾਲ ਅਨੁਮਾਨਿਤ ਨਹੀਂ ਕਰ ਰਹੇ ਹਾਂ। ਜੇਕਰ ਅਸੀਂ ਇੱਕ ਲੀਨੀਅਰ ਫੰਕਸ਼ਨ ਦੁਆਰਾ ਅਨੁਮਾਨਿਤ ਕਰ ਸਕਦੇ ਹਾਂ ਤਾਂ ਅਸੀਂ ਇਸ ਫੰਕਸ਼ਨ ਨੂੰ ਡਿਫਰੈਂਸ਼ੀਏਬਲ ਕਹਿੰਦੇ ਹਾਂ, ਜਾਂ ਇਕੁਇਵੈਲੈਂਟਲੀ ਜਾਂ ਫਿਰ ਗਣਿਤਿਕ ਰੂਪ ਵਿੱਚ ਅਸੀਂ ਇਸ f(x) ਨੂੰ ਲੀਨੀਅਰ ਫੰਕਸ਼ਨ ਅਤੇ ਪਲਸ ਐਪਸੀਲੋਨ ਦੀ ਟਰਮਜ਼ ਵਿੱਚ ਲਿਖ ਸਕਦੇ ਹਾਂ ਅਤੇ ਇਹ ਅੰਤਰ x ਮਾਈਨਸ x ਨੋਟ ਹੈ ਅਤੇ ਇਹ ਐਪਸੀਲੋਨ ਵੀ goes to 0 ਹੁੰਦਾ ਹੈ, ਤਾਂ ਇਹ ਇਸ ਅੰਤਰ ਦੀ ਟਰਮਜ਼ ਵਿੱਚ ਲੀਨੀਅਰ ਟਰਮ ਨਹੀਂ ਹੈ, ਇਹ ਇੱਥੇ
ਇੱਕ ਨਾਨ ਲੀਨੀਅਰ ਟਰਮ ਹੈ, ਇਸ ਲਈ ਸਾਡੇ ਕੋਲ ਇਹ ਲੀਨੀਅਰ ਟਰਮ ਪਲਸ ਇਹ ਨਾਨ ਲੀਨੀਅਰ ਟਰਮ ਹੈ, ਅਤੇ ਇਹ ਉਸ ਟੈਂਜੈਂਟ ਦੀ ਇਕੁਏਸ਼ਨ ਹੈ ਜਿਸ ਨੂੰ ਕਿ ਅਸੀਂ ਹੁਣ ਡਿਫਰੈਂਸ਼ੀਏਬਿਲਿਟੀ ਦੀ ਟੈਸਟਿੰਗ ਦੇ ਮਾਮਲੇ ਵਿੱਚ ਲਿਖਿਆ ਹੈ। ਹੁਣ ਤੱਕ ਅਸੀਂ ਜੋ ਕੁਝ ਸਿੱਖਿਆ ਹੈ ਕਿ ਸਾਡੇ ਕੋਲ ਮੂਲ ਰੂਪ ਵਿੱਚ ਤਿੰਨ ਧਾਰਨਾਵਾਂ ਹਨ। ਪਹਿਲੀ ਇਸ ਡੈਰੀਵੇਟਿਵ ਦੀ ਐਗਜ਼ਿਸਟੈਂਸ ਹੈ ਜਿਸ ਦਾ ਮੁਲਾਂਕਣ ਇਸ ਭਾਗਫਲ ਦੁਆਰਾ ਅਤੇ ਲਿਮਿਟ ਲੈਂਦੇ ਹੋਏ ਕੀਤਾ ਗਿਆ ਹੈ। ਇਸ ਲਈ ਜੇਕਰ ਇਹ ਲਿਮਿਟ ਐਗਜ਼ਿਸਟ ਕਰਦੀ ਹੈ ਤਾਂ ਅਸੀਂ ਕਹਾਂਗੇ ਕਿ ਇਸ ਫੰਕਸ਼ਨ ਦਾ ਇੱਕ ਡੈਰੀਵੇਟਿਵ ਹੈ ਜਾਂ ਫਿਰ ਫੰਕਸ਼ਨ ਡਿਫਰੈਂਸ਼ੀਏਬਲ ਹੈ, ਕਿਉਂਕਿ ਇਹ ਫੰਕਸ਼ਨ ਦੀ ਡਿਫਰੈਂਸ਼ੀਏਬਿਲਿਟੀ ਦੇ ਬਰਾਬਰ ਸੀ, ਅਤੇ ਅਸੀਂ ਇਸ ਨੂੰ f' ਜਾਂ dy dx ਜਾਂ y' ਨਾਲ ਡਿਨੋਟ ਕੀਤਾ ਹੈ। ਦੂਜੀ ਧਾਰਨਾ ਜੋ ਅਸੀਂ ਦੇਖੀ ਹੈ ਉਹ ਇਹ ਹੈ ਕਿ ਡੈਲਟਾ y dy ਪਲਸ ਐਪਸੀਲੋਨ ਡੈਲਟਾ x ਦੇ ਬਰਾਬਰ ਹੈ। ਅਸੀਂ ਇਸ ਐਕਸਪ੍ਰੈਸ਼ਨ ਨੂੰ dy ਦੀ ਟਰਮਜ਼ ਵਿੱਚ ਲਿਖ ਸਕਦੇ ਹਾਂ ਅਤੇ ਐਪਸੀਲੋਨ ਡੈਲਟਾ x ਅਤੇ dy a ਗੁਣਾ ਡੈਲਟਾ x ਦੇ ਬਰਾਬਰ ਸੀ। ਇਸ ਇਨਕਰੀਮੈਂਟ ਨੂੰ ਡਿਫਰੈਂਸ਼ੀਅਲ ਟਰਮ ਕਿਹਾ ਜਾਂਦਾ ਹੈ, ਇਸ ਲਈ ਇਹ ਡਿਫਰੈਂਸ਼ੀਏਬਿਲਿਟੀ ਦੀ ਟੈਸਟਿੰਗ ਕਰਨ ਦਾ ਇੱਕ ਹੋਰ ਤਰੀਕਾ ਹੈ ਜੋ ਕਿ ਅਸੀਂ ਇਸ ਰੂਪ ਵਿੱਚ ਡੈਲਟਾ y ਨੂੰ ਲਿਖ ਸਕਦੇ ਹਾਂ। ਤੀਸਰੀ ਧਾਰਨਾ ਉਹ ਸੀ ਜਿਸ ਨੂੰ ਕਿ ਇਸ ਟਰਮ ਤੋਂ ਹੀ ਘਟਾਇਆ ਜਾ ਸਕਦਾ ਹੈ, ਇਸ ਲਈ ਡੈਲਟਾ y ਅਤੇ ਅਸੀਂ ਉਸ dy ਨੂੰ ਖੱਬੇ ਪਾਸੇ ਵੱਲ ਲੈ ਜਾਂਦੇ ਹਾਂ ਅਤੇ ਡੈਲਟਾ x ਨਾਲ ਡਿਵਾਈਡ ਕਰਦੇ ਹਾਂ ਅਤੇ ਫਿਰ ਇੱਕ ਲਿਮਿਟ ਲੈਂਦੇ ਹਾਂ ਕਿਉਂਕਿ ਇਹ ਐਪਸੀਲੋਨ ਗੋਜ਼ ਟੂ 0 ਡੈਲਟਾ x ਗੋਜ਼ ਟੂ 0, ਇਸ ਲਈ ਇਹ ਐਕਸਪ੍ਰੈਸ਼ਨ 0 ਹੋਣਾ ਚਾਹੀਦਾ ਹੈ। ਅਸੀਂ ਜਾਂ ਤਾਂ ਇਸ ਦਾ ਉਪਯੋਗ ਡਿਫਰੈਂਸ਼ੀਏਬਿਲਿਟੀ ਦੀ ਟੈਸਟਿੰਗ ਕਰਨ ਲਈ ਕਰ ਸਕਦੇ ਹਾਂ ਕਿ ਇਹ ਭਾਗਫਲ 0 ਹੋਣਾ ਚਾਹੀਦਾ ਹੈ, ਜਾਂ ਅਸੀਂ ਇਸ ਦਾ ਉਪਯੋਗ ਕਰ ਸਕਦੇ ਹਾਂ ਜਾਂ ਫਿਰ ਅਸੀਂ ਡੈਰੀਵੇਟਿਵ ਦਾ ਉਪਯੋਗ ਕਰ ਸਕਦੇ ਹਾਂ। ਸਾਡੇ ਕੋਲ ਤਿੰਨ ਧਾਰਨਾਵਾਂ ਹਨ, ਇਸ ਲਈ ਉਦਾਹਰਣ 1, ਅਸੀਂ ਹੁਣ ਇਹ ਦਿਖਾਵਾਂਗੇ ਫੰਕਸ਼ਨ f(x) ਦੇ ਬਰਾਬਰ ਹੈ ਜੋ ਕਿ ਸਕੁਏਅਰ ਅਤੇ ਡਿਫਰੈਂਸ਼ੀਏਬਲ ਹੈ। ਇਹ ਬਹੁਤ ਹੀ ਸਰਲ ਹੈ। ਸਾਡੇ ਕੋਲ y ਬਰਾਬਰ x ਸਕੁਏਅਰ ਹੈ ਅਤੇ ਫਿਰ ਡੈਲਟਾ y ਦਾ ਅਰਥ ਹੈ f(x) ਪਲਸ ਡੈਲਟਾ x ਮਾਈਨਸ f(x). ਇਹ ਬਰਾਬਰ ਹੋਵੇਗਾ, ਇਸ ਲਈ ਇੱਥੇ f(x) ਪਲਸ ਡੈਲਟਾ x ਜਿਸ ਦਾ ਅਰਥ ਹੈ ਕਿ x ਪਲਸ ਡੈਲਟਾ x ਸਾਰੇ ਦਾ ਵਰਗ ਅਤੇ ਮਾਈਨਸ f(x), ਇਸ ਲਈ ਮਾਈਨਸ x ਸਕੁਏਅਰ ਹੈ। ਜੇਕਰ ਮੈਂ ਇਸ ਨੂੰ ਐਕਸਪੈਂਡ ਕਰਦਾ ਹਾਂ, ਇਹ ਪ੍ਰਾਪਤ ਕਰੇਗਾ ਕਿ x ਸਕੁਏਅਰ ਹੈ ਪਲਸ ਡੈਲਟਾ x ਸਕੁਏਅਰ ਹੈ ਪਲਸ 2 ਟਾਈਮਸ x ਡੈਲਟਾ x ਮਾਈਨਸ x ਸਕੁਏਅਰ ਹੈ। ਇਹ ਟਰਮ ਰੱਦ ਹੋ ਜਾਂਦੀ ਹੈ ਅਤੇ ਅਸੀਂ 2x ਗੁਣਾ ਡੈਲਟਾ x ਪ੍ਰਾਪਤ ਕਰਾਂਗੇ, ਅਤੇ ਡੈਲਟਾ x ਸਕੁਏਅਰ ਹੈ, ਇਸ ਲਈ ਸਾਨੂੰ ਇੱਥੇ 2x ਡੈਲਟਾ x ਅਤੇ ਇਨਟੂ ਡੈਲਟਾ x ਮਿਲਦਾ ਹੈ। ਸਾਡੇ ਕੋਲ ਇਹ ਰੂਪ ਹੈ, a ਟਾਈਮਸ ਡੈਲਟਾ x ਹੈ ਅਤੇ ਐਪਸੀਲੋਨ ਟਾਈਮਸ ਡੈਲਟਾ x। ਇੱਥੇ ਇਹ ਐਪਸੀਲੋਨ ਸੁਭਾਵਿਕ ਰੂਪ ਵਿੱਚ ਗੋਜ਼ ਟੂ 0 ਕਿਉਂਕਿ ਡੈਲਟਾ x ਗੋਜ਼ ਟੂ 0। ਇੱਥੇ ਟਰਮ 2x ਡੈਲਟਾ x ਦਿੱਤੀ ਗਈ ਹੈ, ਇਸ ਲਈ ਸਾਡੇ ਕੋਲ ਉਹ ਸਰੂਪ ਹੈ ਜੋ ਕਿ ਡਿਫਰੈਂਸ਼ੀਏਬਿਲਿਟੀ ਲਈ ਉਪਯੋਗ ਕੀਤਾ ਜਾਂਦਾ ਹੈ, ਜਿਸ ਦਾ ਅਰਥ ਇਹ ਹੈ ਕਿ ਇਹ ਫੰਕਸ਼ਨ ਡਿਫਰੈਂਸ਼ੀਏਬਲ ਹੈ, ਅਤੇ ਡੈਰੀਵੇਟਿਵ ਵੈਲਿਊ ਜੋ ਕਿ ਇਹ ਹੈ ਲੀਨੀਅਰ ਭਾਗ ਵਿੱਚ ਇਸ ਡੈਲਟਾ ਦੇ ਨਾਲ ਵਾਲੀ ਟਰਮ ਡੈਲਟਾ x ਹੈ f'(x) ਅਤੇ ਇਸ ਐਪਸੀਲੋਨ। ਇਸ ਦਾ ਅਰਥ ਇਹ ਹੈ ਕਿ ਫੰਕਸ਼ਨ ਡਿਫਰੈਂਸ਼ੀਏਬਲ ਹੈ ਅਤੇ ਇਸ ਦਾ ਡੈਰੀਵੇਟਿਵ x ਵਿਕਲਪਿਕ ਰੂਪ ਵਿੱਚ ਹੈ। ਅਸੀਂ ਇਹ ਦਿਖਾ ਸਕਦੇ ਹਾਂ ਕਿ ਇੱਥੇ ਭਾਗਫਲ f(x) ਪਲਸ ਡੈਲਟਾ x ਮਾਈਨਸ f(x) ਬਟਾ ਡੈਲਟਾ x ਇਸ ਲਿਮਿਟ ਨੂੰ ਲੈ ਕੇ ਡੈਲਟਾ x ਗੋਜ਼ ਟੂ 0। ਫਿਰ ਤੋਂ ਇੱਥੇ f(x) ਮਾਈਨਸ f ਡੈਲਟਾ x ਪਹਿਲਾਂ ਤੋਂ ਹੀ ਉੱਥੇ ਦਿੱਤਾ ਗਿਆ ਹੈ, ਇਸ ਲਈ ਸਾਡੇ ਕੋਲ 2x ਡੈਲਟਾ x ਅਤੇ ਪਲਸ ਡੈਲਟਾ x ਸਕੁਏਅਰ ਟਰਮ ਹਨ, ਅਤੇ ਡਿਵਾਈਡ ਡੈਲਟਾ x, ਅਤੇ ਫਿਰ ਅਸੀਂ ਲਿਮਿਟ ਲਵਾਂਗੇ ਡੈਲਟਾ x ਗੋਜ਼ ਟੂ 0। ਇਸ ਲਈ ਸਾਡੇ ਕੋਲ ਇਹ x ਟਰਮ ਅਤੇ ਪਲਸ ਡੈਲਟਾ x ਟਰਮ ਹੈ ਅਤੇ ਫਿਰ ਅਸੀਂ ਲਿਮਿਟ ਲੈਂਦੇ ਹਾਂ ਡੈਲਟਾ x ਗੋਜ਼ ਟੂ 0। ਇਹ 0 ਹੋ ਜਾਵੇਗਾ ਅਤੇ ਸਾਨੂੰ ਸਿਰਫ 2x ਮਿਲੇਗਾ। ਸਾਡੇ ਕੋਲ ਇਹ ਦਿਖਾ ਰਿਹਾ ਹੈ ਕਿ ਇਹ ਲਿਮਿਟ x ਦੀ ਕਿਸੇ ਵੀ ਵੈਲਿਊ ਲਈ ਐਗਜ਼ਿਸਟ ਕਰਦੀ ਹੈ, ਇਸ ਲਈ ਫੰਕਸ਼ਨ ਪੂਰੀ ਡੋਮੇਨ ਵਿੱਚ ਡਿਫਰੈਂਸ਼ੀਏਬਲ ਹੈ। ਜਾਂ ਫਿਰ ਅਸੀਂ ਇਹ ਵੀ ਦਿਖਾ ਸਕਦੇ ਹਾਂ ਕਿ ਇੱਥੇ ਅਨੁਪਾਤ ਜਿੱਥੇ ਡੈਲਟਾ y ਮਾਈਨਸ dy ਹੈ ਤਾਂ ਅਸੀਂ ਇਸ ਨੂੰ ਡੈਲਟਾ y ਲੈਂਦੇ ਹਾਂ ਅਤੇ ਮਾਈਨਸ ਇਹ dy ਸੀ, ਇਸ ਲਈ ਅਸੀਂ ਇਸ ਨੂੰ ਡੈਲਟਾ x ਸਕੁਏਅਰ ਲਵਾਂਗੇ। ਜਦੋਂ ਅਸੀਂ ਡੈਲਟਾ x ਨਾਲ ਡਿਵਾਈਡ ਕਰਦੇ ਹਾਂ ਤਾਂ ਸਾਡੇ ਕੋਲ ਸਿਰਫ ਡੈਲਟਾ x ਹੋਵੇਗਾ ਅਤੇ ਇਸ ਲਿਮਿਟ ਨੂੰ ਲੈਣ ਤੇ ਡੈਲਟਾ x ਗੋਜ਼ ਟੂ 0 ਇਹ ਵੀ ਗੋਜ਼ ਟੂ 0 ਹੋ ਜਾਵੇਗਾ। ਜਾਂ ਤਾਂ ਇਸ ਸਰੂਪ ਵਿੱਚ ਇਸ ਡੈਲਟਾ y ਨੂੰ ਵਿਅਕਤ ਕਰਕੇ, ਜਾਂ ਫਿਰ ਵਿਕਲਪਿਕ ਰੂਪ ਵਿੱਚ ਇਸ ਭਾਗਫਲ ਨੂੰ ਇੱਥੇ ਲੈ ਕੇ ਅਤੇ ਲਿਮਿਟ ਜੇਕਰ ਇਹ ਐਗਜ਼ਿਸਟ ਕਰਦੀ ਹੈ ਜਾਂ ਇਹ ਹੈ ਤਾਂ ਇਹ ਡਿਫਰੈਂਸ਼ੀਏਬਿਲਿਟੀ ਨੂੰ ਦਿਖਾਉਣ ਦੀ ਤੀਸਰੀ ਧਾਰਨਾ ਸੀ। ਇੱਥੇ ਇਸ ਉਦਾਹਰਣ ਤੋਂ ਪਤਾ ਚੱਲਦਾ ਹੈ ਕਿ y ਬਰਾਬਰ ਹੈ x ਸਕੁਏਅਰ। ਅਸੀਂ ਪਾਉਂਦੇ ਹਾਂ ਕਿ ਡੈਲਟਾ y ਹੈ ਅਤੇ x ਤੇ dy 2 ਦੇ ਬਰਾਬਰ ਹੈ, ਜਦੋਂ ਕਿ ਡੈਲਟਾ x 1 ਡੈਲਟਾ ਦੇ ਬਰਾਬਰ ਹੈ, x.1 ਦੇ ਬਰਾਬਰ ਹੈ ਅਤੇ ਡੈਲਟਾ x 0.1 ਦੇ ਬਰਾਬਰ ਹੈ ਅਤੇ ਇੱਥੇ ਪੁਆਇੰਟ x 2 ਦੇ ਬਰਾਬਰ ਹੈ ਅਤੇ ਇਹ ਇਨਕਰੀਮੈਂਟ ਹੈ। ਸਾਡੇ ਕੋਲ ਡੈਲਟਾ y ਬਰਾਬਰ ਹੈ f(x) ਪਲਸ ਡੈਲਟਾ x ਮਾਈਨਸ f(x) ਦੇ ਅਤੇ dy ਨੂੰ f'(dx) ਦੇ ਰੂਪ ਵਿੱਚ ਦਿੱਤਾ ਗਿਆ ਹੈ। ਜੇਕਰ ਤੁਸੀਂ ਇਸ ਟੇਬਲ ਨੂੰ ਇੱਥੇ ਬਣਾਉਂਦੇ ਹੋ ਉਦਾਹਰਣ ਲਈ ਇਸ ਵੈਲਿਊ ਦਾ, ਅਸੀਂ ਇਹ ਮੁਲਾਂਕਣ ਕਰ ਸਕਦੇ ਹਾਂ ਕਿ ਡੈਲਟਾ y f ਹੈ x ਪਲਸ ਡੈਲਟਾ x ਹੈ। ਇਸ ਨੂੰ ਪਹਿਲਾਂ ਅਸੀਂ 1 ਦੇ ਰੂਪ
ਰੂਪ ਵਿੱਚ ਲੈ ਲੈਂਦੇ ਹਾਂ। ਇਸ ਲਈ 1 ਅਤੇ ਮਾਈਨਸ ਇਹ f2 ਤਾਂ ਇੱਥੇ ਇਹ f3 ਅਤੇ 9 ਹੈ ਅਤੇ f2 ਹੈ, ਇਸ ਲਈ x ਸਕੁਏਅਰ ਹੈ ਅਤੇ ਇਹ 4 ਬਣ ਜਾਵੇਗਾ, ਇਸ ਲਈ ਇਹ ਵੈਲਿਊ 5 ਹੈ ਅਤੇ ਇੱਥੇ ਇਹ 5 ਹੈ। ਅਤੇ ਹੁਣ dy ਇਸ ਲਈ ਸਰਲ ਰੂਪ ਵਿੱਚ ਇੱਥੋਂ f ਪ੍ਰਾਈਮ 2x ਹੈ, ਇਸ ਲਈ 2x ਗੁਣਾ dx ਜਾਂ ਫਿਰ ਡੈਲਟਾ x ਹੈ ਅਤੇ ਇਹ ਸਮਾਨ ਹੈ। ਇੱਥੇ 2 ਅਤੇ ਇਹ 2x 4 ਹੋ ਜਾਵੇਗਾ ਅਤੇ dx 1 ਹੋ ਜਾਵੇਗਾ, ਇਸ ਲਈ ਅਸੀਂ 4 ਪ੍ਰਾਪਤ ਕਰਾਂਗੇ। ਇਸ ਤਰ੍ਹਾਂ ਡੈਲਟਾ x ਨੂੰ ਲੈਂਦੇ ਹੋਏ ਅਸੀਂ ਇਹ 0.41 ਪ੍ਰਾਪਤ ਕਰਾਂਗੇ ਅਤੇ dy 0.40 ਹੋਵੇਗਾ ਅਤੇ ਇੱਕ ਛੋਟਾ ਡੈਲਟਾ x ਲੈਂਦੇ ਹੋਏ ਅਸੀਂ ਡੈਲਟਾ y ਨੂੰ 0.0401 ਵਜੋਂ ਪ੍ਰਾਪਤ ਕਰਾਂਗੇ ਅਤੇ ਇੱਥੇ 0.400 ਪ੍ਰਾਪਤ ਕਰਾਂਗੇ। ਇਸ ਮਾਮਲੇ ਵਿੱਚ ਅਸੀਂ ਇਹ ਦੇਖਿਆ ਹੈ ਕਿ ਜਦੋਂ ਡੈਲਟਾ x ਵੱਡਾ ਹੁੰਦਾ ਹੈ ਤਾਂ ਸਪਸ਼ਟ ਰੂਪ ਵਿੱਚ ਇਹ ਦੋਨੋਂ ਡੈਲਟਾ y ਅਤੇ dy ਇਹ ਸਮਾਨ ਨਹੀਂ ਹੁੰਦੇ, ਇਸ ਲਈ ਦੋਨਾਂ ਵਿਚਾਲੇ ਅੰਤਰ ਵੱਡਾ ਹੁੰਦਾ ਹੈ। ਇਹ ਇਸ dy ਨੂੰ ਅਨੁਮਾਨਿਤ ਨਹੀਂ ਕਰ ਰਿਹਾ ਅਤੇ ਨਾ ਹੀ ਇਹ y ਵਿੱਚ ਕੁੱਲ ਬਦਲਾਵ ਨੂੰ ਅਨੁਮਾਨਿਤ ਕਰ ਰਿਹਾ ਹੈ। ਪਰ ਜਦੋਂ ਡੈਲਟਾ x ਛੋਟਾ ਹੁੰਦਾ ਹੈ ਤਾਂ ਜੇਕਰ ਤੁਸੀਂ ਇਸ ਵਿੱਚ ਛੋਟਾ ਜਿਹਾ ਇਨਕਰੀਮੈਂਟ ਕਰਦੇ ਹੋ ਤਾਂ ਇਹ dy ਇਸ ਡੈਲਟਾ y ਟਰਮ ਨੂੰ ਬਹੁਤ ਵਧੀਆ ਤਰੀਕੇ ਨਾਲ ਅਨੁਮਾਨਿਤ ਕਰ ਰਿਹਾ ਹੈ ਅਤੇ ਇਹ ਇਸ ਦੇ ਅਰਥ ਵਜੋਂ ਹੈ ਕਿ ਕੀ ਅਸੀਂ ਕਿਸੇ ਪੁਆਇੰਟ ਦੇ ਘੱਟੋ-ਘੱਟ ਨੇਬਰਹੁੱਡ ਵਿੱਚ ਲੀਨੀਅਰ ਟਰਮ ਦੁਆਰਾ ਅਨੁਮਾਨਿਤ ਕਰ ਸਕਦੇ ਹਾਂ ਜਾਂ ਨਹੀਂ। ਤੁਸੀਂ ਇਸ ਫੰਕਸ਼ਨ ਦੀ ਡਿਫਰੈਂਸ਼ੀਏਬਿਲਿਟੀ ਨੂੰ ਵੀ ਟੈਸਟ ਕਰ ਸਕਦੇ ਹੋ। f(x) ਬਰਾਬਰ ਹੈ x ਸਕੁਏਅਰ 1 ਪਲਸ ਕਿਊਬ ਰੂਟ x ਮਾਈਨਸ 1 ਦਾ ਹੋਲ ਸਕੁਏਅਰ ਐਟ x 1 ਦੇ ਬਰਾਬਰ ਹੈ, ਇਸ ਲਈ ਇਹ ਫੰਕਸ਼ਨ ਜੇਕਰ ਅਸੀਂ ਇਸ ਡੈਲਟਾ y ਨੂੰ ਇਸ ਅੰਤਰ ਦੇ ਰੂਪ ਵਿੱਚ ਲੈਂਦੇ ਹਾਂ ਕਿਉਂਕਿ x ਬਰਾਬਰ ਹੈ 1 ਤੇ ਤਾਂ 1 ਪਲਸ ਡੈਲਟਾ x ਮਾਈਨਸ f1 ਤਾਂ 1 ਪਲਸ ਡੈਲਟਾ x ਇੱਥੇ ਸਬਮਿਟ ਹੁੰਦੇ ਹਨ। ਇਹ ਹੋਵੇਗਾ 1 ਪਲਸ ਅਤੇ ਇਹ ਡੈਲਟਾ x ਸਕੁਏਅਰ ਬਣ ਜਾਵੇਗਾ ਅਤੇ ਕਿਊਬ ਰੂਟ ਮਾਈਨਸ f1 1 ਹੋਵੇਗਾ, ਇਸ ਲਈ ਸਾਨੂੰ ਸਿਰਫ ਡੈਲਟਾ x ਦਾ ਕਿਊਬ ਰੂਟ ਮਿਲੇਗਾ ਜੋ ਹੈ ਸਕੁਏਅਰ। ਅਤੇ ਹੁਣ ਅਸੀਂ ਇਹ ਜਾਂਚ ਕਰਾਂਗੇ ਕਿ ਕੀ ਕੋਈ ਅਜਿਹੀ ਸੰਖਿਆ ਇਹ ਗਿਆਤ ਕਰਨਾ ਸੰਭਵ ਹੈ ਕਿ ਇਹ ਭਾਗਫਲ ਜਿਸ ਬਾਰੇ ਅਸੀਂ ਹੁਣੇ ਗੱਲ ਕੀਤੀ ਹੈ ਕਿ ਜੇਕਰ ਅਸੀਂ ਇਸ ਭਾਗਫਲ ਨੂੰ ਪ੍ਰਾਪਤ ਕਰਦੇ ਹਾਂ ਅਤੇ ਲਿਮਿਟ 0 ਹੈ ਤਾਂ ਅਸੀਂ ਫੰਕਸ਼ਨ ਨੂੰ ਡਿਫਰੈਂਸ਼ੀਏਬਲ ਕਹਿੰਦੇ ਹਾਂ। ਇਸ ਲਈ ਅਸੀਂ ਇਹ ਜਾਂਚ ਕਰਾਂਗੇ ਕਿ ਕੀ ਅਸੀਂ ਅਜਿਹਾ ਇਹ ਲੱਭ ਸਕਦੇ ਹਾਂ ਜਾਂ ਨਹੀਂ। ਤਾਂ ਜੋ ਇੱਥੇ ਇਹ ਭਾਗਫਲ dy ਇਨਟੂ ਡੈਲਟਾ x ਹੈ ਬਟਾ dx ਬਟਾ ਡੈਲਟਾ x। ਜੇਕਰ ਇਹ ਭਾਗਫਲ 0 ਹੈ ਤਾਂ ਅਸੀਂ ਫੰਕਸ਼ਨ ਨੂੰ ਡਿਫਰੈਂਸ਼ੀਏਬਲ ਆਖਦੇ ਹਾਂ ਅਤੇ ਜੇਕਰ ਸਾਨੂੰ ਅਜਿਹਾ ਇਹ ਨਹੀਂ ਮਿਲਦਾ ਹੈ ਤਾਂ ਅਸੀਂ ਕਹਾਂਗੇ ਕਿ ਫੰਕਸ਼ਨ ਡਿਫਰੈਂਸ਼ੀਏਬਲ ਨਹੀਂ ਹੈ। ਅਸੀਂ ਇੱਥੇ ਇਸ ਭਾਗਫਲ ਨੂੰ ਲਵਾਂਗੇ ਡੈਲਟਾ y ਮਾਈਨਸ ਇਹ ਡੈਲਟਾ x ਬਟਾ ਡੈਲਟਾ x ਤਾਂ ਅਸੀਂ ਇਸ ਡੈਲਟਾ x ਦੇ ਨਾਲ ਭਾਗ ਦਿਆਂਗੇ ਤਾਂ ਇਹ ਪ੍ਰਾਪਤ ਕਰਾਂਗੇ। ਤੁਹਾਡੇ ਕੋਲ ਡੈਲਟਾ y ਬਟਾ ਡੈਲਟਾ x ਹੈ। ਡੈਲਟਾ y ਬਟਾ ਡੈਲਟਾ x ਕੀ ਹੈ ਇੱਥੇ ਡੈਲਟਾ y ਕਿਊਬ ਰੂਟ ਡੈਲਟਾ x ਸਕੁਏਅਰ ਹੈ ਅਤੇ ਜਦੋਂ ਅਸੀਂ ਇਸ ਨੂੰ ਇਸ ਡੈਲਟਾ x ਨਾਲ ਡਿਵਾਈਡ ਕਰਦੇ ਹਾਂ ਤਾਂ ਇੱਥੇ ਇਸ ਦੀ ਪਾਵਰ 2/3 ਹੋਵੇਗੀ ਅਤੇ ਇਹ ਮਾਈਨਸ ਹੋਵੇਗਾ। ਮੈਨੂੰ ਇੱਥੇ ਇਸ ਇੱਕ ਟਰਮ ਨੂੰ ਕੰਪਿਊਟ ਕਰਨ ਦਿਓ ਡੈਲਟਾ y ਬਟਾ ਡੈਲਟਾ x ਟਰਮ ਡੈਲਟਾ y ਡੈਲਟਾ x 2/3 ਸੀ ਅਤੇ ਫਿਰ ਸਾਡੇ ਕੋਲ ਇੱਥੇ ਡੈਲਟਾ x ਹੈ। ਇਹ ਹੋਵੇਗਾ ਡੈਲਟਾ x ਦੀ ਪਾਵਰ 2/3 ਮਾਈਨਸ 1 ਤਾਂ ਇਹ ਬਣੇਗਾ ਡੈਲਟਾ x ਪਾਵਰ ਮਾਈਨਸ 1/3 ਤਾਂ ਇਹ ਇੱਥੇ ਹੈ ਅਤੇ ਫਿਰ ਇਸ ਮਾਮਲੇ ਵਿੱਚ ਮਾਈਨਸ ਇਹ ਹੈ। ਅਤੇ ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਇਹ ਫੰਕਸ਼ਨ ਇੱਥੇ ਪਲਸ ਇਨਫਿਨਿਟੀ ਨੂੰ ਅਪਰੋਚ ਕਰਦਾ ਹੈ ਜਦੋਂ ਡੈਲਟਾ x ਸੱਜੇ ਪਾਸੇ ਵੱਲੋਂ 0 ਨੂੰ ਅਪਰੋਚ ਕਰਦਾ ਹੈ। ਉਦਾਹਰਨ ਲਈ ਡੈਲਟਾ x ਪੋਜ਼ਿਟਿਵ ਹੈ ਜਾਂ ਇਹ ਮਾਈਨਸ ਇਨਫਿਨਿਟੀ ਨੂੰ ਅਪਰੋਚ ਕਰਦਾ ਹੈ ਜਾਂ ਇਹ ਡੈਲਟਾ x ਜਦੋਂ ਅਸੀਂ ਖੱਬੇ ਪਾਸੇ ਵੱਲੋਂ ਅਪਰੋਚ ਕਰਦੇ ਹਾਂ ਜਦੋਂ ਡੈਲਟਾ x ਨੈਗੇਟਿਵ ਹੈ ਅਤੇ 0 ਨੂੰ ਅਪਰੋਚ ਕਰਦਾ ਹੈ। ਇਸ ਮਾਮਲੇ ਵਿੱਚ ਇਹ ਲਿਮਿਟ ਜਿਹੜਾ ਵੀ ਇਹ ਅਸੀਂ ਚੁਣਦੇ ਹਾਂ ਇਹ ਪਲਸ ਇਨਫਿਨਿਟੀ ਹੋਵੇਗਾ ਜਦੋਂ ਡੈਲਟਾ x ਸੱਜੇ ਪਾਸੇ ਵੱਲੋਂ ਅਪਰੋਚ ਕਰਦਾ ਹੈ। ਜਦੋਂ ਡੈਲਟਾ x ਖੱਬੇ ਪਾਸੇ ਵੱਲੋਂ ਅਪਰੋਚ ਕਰਦਾ ਹੈ ਉਦੋਂ ਇਹ ਮਾਈਨਸ ਇਨਫਿਨਿਟੀ ਹੋਵੇਗਾ। ਚਾਹੇ ਨੰਬਰ ਇਹ ਕੁਝ ਵੀ ਹੋਵੇ, ਇਸ ਦਾ ਅਰਥ ਇਹ ਹੈ ਕਿ ਸਾਨੂੰ ਅਜਿਹਾ ਕੋਨਸਟੈਂਟ ਨਹੀਂ ਮਿਲ ਸਕਦਾ ਹੈ ਤਾਂ ਜੋ ਕਿ ਇਸ ਭਾਗਫਲ ਦੀ ਇੱਕ ਫਾਈਨਾਈਟ ਲਿਮਿਟ ਹੋਵੇ। ਮਾਫ ਕਰਨਾ 0 ਲਿਮਿਟ ਇਸ ਡਿਫਰੈਂਸ਼ੀਏਬਿਲਿਟੀ ਲਈ 0 ਹੋਣਾ ਚਾਹੀਦਾ ਹੈ। ਸਾਡੇ ਕੋਲ ਅਜਿਹੀ ਫਾਈਨਾਈਟ ਸੰਖਿਆ ਇਹ ਨਹੀਂ ਹੈ ਕਿ ਇਸ ਭਾਗਫਲ ਦੀ ਲਿਮਿਟ 0 ਹੋਵੇ। ਜਿਵੇਂ ਹੀ ਡੈਲਟਾ x 0 ਨੂੰ ਅਪਰੋਚ ਕਰਦਾ ਹੈ, ਇਸ ਲਈ ਅਸਲੀਅਤ ਵਿੱਚ ਇਹ ਲਿਮਿਟ ਐਗਜ਼ਿਸਟ ਨਹੀਂ ਕਰਦੀ। ਇਸ ਮਾਮਲੇ ਵਿੱਚ ਫੰਕਸ਼ਨ x ਬਰਾਬਰ ਹੈ a ਤੇ ਡਿਫਰੈਂਸ਼ੀਏਬਲ ਨਹੀਂ ਹੈ। ਇਸ ਲਈ ਕਨਕਲੂਜ਼ਨ ਤੇ ਆਉਂਦੇ ਹੋਏ ਅਸੀਂ ਦੇਖਿਆ ਹੈ ਕਿ ਇਸ ਫੰਕਸ਼ਨ ਨੂੰ ਡਿਫਰੈਂਸ਼ੀਏਬਲ ਕਿਹਾ ਜਾਂਦਾ ਹੈ ਜੇਕਰ ਅਸੀਂ ਡੈਲਟਾ y ਨੂੰ ਇਸ ਐਕਸਪ੍ਰੈਸ਼ਨ ਦੇ ਰੂਪ ਵਿੱਚ ਲਿਖ ਸਕਦੇ ਹਾਂ ਇਹ ਡੈਲਟਾ x ਪਲਸ ਐਪਸੀਲੋਨ ਡੈਲਟਾ x, ਜਿੱਥੇ ਇਹ ਡੈਲਟਾ x ਤੋਂ ਇੰਡੀਪੈਂਡੈਂਟ ਹੈ ਅਤੇ ਐਪਸੀਲੋਨ
ਡੈਲਟਾ x ਦਾ ਇੱਕ ਫੰਕਸ਼ਨ ਹੈ ਅਤੇ ਐਪਸੀਲੋਨ goes to 0 ਜਿਵੇਂ ਹੀ ਡੈਲਟਾ x goes to 0, ਇਹ ਇੱਕ ਪਰਿਭਾਸ਼ਾ ਸੀ ਜਿਸ ਬਾਰੇ ਅਸੀਂ ਚਰਚਾ ਕੀਤੀ ਹੈ, ਅਤੇ ਇਸ ਤਰ੍ਹਾਂ ਇਹ ਡੈਲਟਾ x ਨੂੰ ਇਸ ਪੁਆਇੰਟ xy ਤੇ y ਦਾ ਟੋਟਲ ਡਿਫਰੈਂਸ਼ੀਅਲ ਆਖਿਆ ਜਾਂਦਾ ਹੈ ਅਤੇ ਇਸ ਨੂੰ ਡੈਲਟਾ y ਨਾਲ ਡੀਨੋਟ ਕੀਤਾ ਜਾਂਦਾ ਹੈ, ਅਤੇ ਇਹ ਦੀ ਵੈਲਿਊ ਹੋਰ ਕੁਝ ਨਹੀਂ ਬਲਕਿ x ਤੇ f ਦਾ ਡੈਰੀਵੇਟਿਵ ਹੈ। ਫਿਰ ਤੋਂ ਅਸੀਂ ਇੱਕ ਫੰਕਸ਼ਨ y ਬਰਾਬਰ ਹੈ f(x) ਨੂੰ ਡਿਫਰੈਂਸ਼ੀਏਬਲ ਕਹਿੰਦੇ ਹਾਂ ਜੇਕਰ ਇਹ ਭਾਗਫਲ ਐਗਜ਼ਿਸਟ ਕਰਦਾ ਹੈ ਜਿਸ ਨੂੰ ਅਸੀਂ ਡੈਰੀਵੇਟਿਵ ਆਖਦੇ ਹਾਂ ਪਰ ਦੋਨੋਂ ਪਰਿਭਾਸ਼ਾਵਾਂ ਸਮਾਨ ਹਨ ਅਸੀਂ ਦੇਖਿਆ ਹੈ ਅਤੇ ਜੋ ਅਸੀਂ ਹੁਣ ਇਸ ਨੂੰ ਦੱਸਦੇ ਹੋਏ ਮਹਿਸੂਸ ਕਰ ਰਹੇ ਹਾਂ ਕਿ ਡਿਫਰੈਂਸ਼ੀਅਲ dy ਬਰਾਬਰ ਹੈ f' dx, ਕਿ ਇਹ ਸਿਰਫ f' ਲਈ ਨੋਟੇਸ਼ਨ ਨਹੀਂ ਹੈ ਬਲਕਿ ਇਹ ਦੋ ਡਿਫਰੈਂਸ਼ੀਅਲ ਦਾ ਅਨੁਪਾਤ ਹੈ ਕਿਉਂਕਿ dy f' dx ਸੀ ਜੋ ਕਿ ਸਮਝ ਵਿੱਚ ਆਉਂਦਾ ਹੈ ਇਸ ਲਈ ਇਸ dy ਅਤੇ dx ਨੂੰ ਅਲੱਗ-ਅਲੱਗ ਲਿਖਣਾ ਸਮਝ ਵਿੱਚ ਆਉਂਦਾ ਹੈ ਅਤੇ ਅਸੀਂ ਇਸ ਦਾ ਉਪਯੋਗ ਵੀ ਕਰਾਂਗੇ ਹੁਣ ਅਗਲੇ ਲੈਕਚਰਾਂ ਵਿੱਚ ਜੋ ਕਿ ਦੋ ਫੰਕਸ਼ਨ ਦੀ ਡਿਫਰੈਂਸ਼ੀਏਬਿਲਿਟੀ ਤੇ ਹੋਣਗੇ ਅਤੇ ਬਹੁਤ ਮਹੱਤਵਪੂਰਨ ਹੋਣਗੇ। ਅਸੀਂ ਪਹਿਲਾਂ ਇੱਕ ਵੇਰੀਏਬਲ ਦੇ ਫੰਕਸ਼ਨ ਦੀ ਇਸ ਡਿਫਰੈਂਸ਼ੀਏਬਿਲਿਟੀ ਨੂੰ ਮੁੱਖ ਰੂਪ ਵਿੱਚ ਡੈਰੀਵੇਟਿਵ ਵਾਲੀਆਂ ਤਿੰਨ ਧਾਰਨਾਵਾਂ ਰਾਹੀਂ ਸਮਝਿਆ ਅਤੇ ਫਿਰ ਇਸ ਲੀਨੀਅਰ ਐਕਸਪ੍ਰੈਸ਼ਨ ਨੂੰ ਸਮਝਿਆ ਅਤੇ ਉਸ ਲਿਮਿਟ ਨੂੰ 0 ਲਿਖਣਾ ਸਾਨੂੰ ਡਿਫਰੈਂਸ਼ੀਏਬਿਲਿਟੀ ਦਿੰਦਾ ਹੈ। ਦੋ ਵੇਰੀਏਬਲ ਦੇ ਮਾਮਲੇ ਵਿੱਚ ਅਸੀਂ ਦੇਖਾਂਗੇ ਕਿ ਸਿਰਫ ਡੈਰੀਵੇਟਿਵ ਹੋਣ ਨਾਲ, ਜਿੱਥੇ ਕਿ 2x ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਅਤੇ 2y ਦੇ ਸੰਬੰਧ ਵਿੱਚ ਪਾਰਸ਼ਲ ਡੈਰੀਵੇਟਿਵ ਸਹਾਇਤਾ ਨਹੀਂ ਕਰੇਗਾ, ਜਾਂ ਫਿਰ ਡਿਫਰੈਂਸ਼ੀਏਬਿਲਿਟੀ ਦੇ ਬਰਾਬਰ ਨਹੀਂ ਹੋਵੇਗਾ। ਡਿਫਰੈਂਸ਼ੀਏਬਿਲਿਟੀ ਸਿਰਫ ਪਾਰਸ਼ਲ ਡੈਰੀਵੇਟਿਵ ਹੋਣ ਦੀ ਤੁਲਨਾ ਵਿੱਚ ਅਲੱਗ ਧਾਰਨਾ ਹੋਵੇਗੀ ਹਾਲਾਂਕਿ ਇੱਕ ਵੇਰੀਏਬਲ ਦੇ ਮਾਮਲੇ ਵਿੱਚ ਜੇਕਰ ਸਾਡੇ ਕੋਲ ਫੰਕਸ਼ਨ ਦਾ ਡੈਰੀਵੇਟਿਵ ਹੈ ਤਾਂ ਫੰਕਸ਼ਨ ਡਿਫਰੈਂਸ਼ੀਏਬਲ ਹੈ। ਦੂਸਰਾ ਤਰੀਕਾ ਹੈ ਜੋ ਕਿ ਅਗਲੇ ਲੈਕਚਰ ਵਿੱਚ ਹੋਵੇਗਾ, ਅਤੇ ਇਹ ਰੈਫਰੈਂਸ ਹਨ ਜਿਨ੍ਹਾਂ ਦਾ ਉਪਯੋਗ ਲੈਕਚਰਾਂ ਨੂੰ ਤਿਆਰ ਕਰਨ ਲਈ ਕੀਤਾ ਹੈ। ਧੰਨਵਾਦ।